ਨੂੰ ਆਪਣੇ ਹੱਕਾਂ ਬਾਰੇ ਚੇਤਨ ਕਰਨ ਲਈ ਪੰਜਾਬ ਦੇ ਮਾਲਵੇ ਵਿੱਚੋਂ ਉੱਠੀ ਇੱਕ ਆਵਾਜ਼ ਦਾ ਨਾਮ ਹੈ ਚਰਨਜੀਤ ਕੌਰ, ਜਿਸ ਨੇ ਵਿਦਿਆਰਥੀ ਵਜੋਂ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕੀਤਾ, ਕਰਮਚਾਰੀ ਵਜੋਂ ਕਰਮਚਾਰੀਆਂ ਲਈ ਸੰਘਰਸ਼ ਕੀਤਾ ਅਤੇ ਅਧਿਆਪਕ ਵਜੋਂ ਸਿੱਖਿਆ ਦੇ ਨਾਲ-ਨਾਲ ਆਪਣੀ ਕਲਮ ਦੀ ਤਾਕਤ ਨਾਲ ਹਰ ਕਿਸਮ ਦੇ ਅਨਿਆਂ ਵਿਰੁੱਧ ਲੜਨ ਦੀ ਰੀਤ ਤੋਰੀ। ਉਸ ਨੇ ਤਰਕਸ਼ੀਲ ਲਹਿਰ ਵਿੱਚ ਕੰਮ ਕਰਦਿਆਂ ਵਹਿਮਾਂ ਭਰਮਾਂ ਖਿਲਾਫ ਜੰਗ ਲੜੀ ਅਤੇ ਘਸੀਆਂ ਪਿਟੀਆਂ ਸਮਾਜਕ ਮਰਿਆਦਾਵਾਂ ਨੂੰ ਚੁਣੌਤੀ ਦਿੱਤੀ। ਪੁਰਾਣੇ ਜ਼ਮਾਨੇ 'ਚ ਕਿਤੇ ਗੀਤ ਸੁਣਦੇ ਹੁੰਦੇ ਸੀਗੇ, ਬਥੇਰੀ ਪੰਜਾਬ ਦੀ ਇਹ ਸ਼ੇਰ ਬੱਚੀਏ, ਅਤੇ ਮੇਰੇ ਜ਼ਿਹਨ ਵਿੱਚ ਅਜੇ ਵੀ ਚਰਨਜੀਤ ਬਰਾੜ ਦਾ ਇਹ ਜੋ ਇਮੇਜ ਉਕਰਿਆ ਹੋਇਆ ਉਹ ਸ਼ੇਰ ਬੱਚੀ ਵਾਲਾ ਹੈ। ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਦੀ ਇੱਕੋ ਇੱਕ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਕ ਵਜੋਂ ਕੰਮ ਕਰਦਿਆਂ ਕੇਵਲ ਖੋਜ ਅਤੇ ਅਧਿਆਪਨ ਦਾ ਕੰਮ ਹੀ ਨਹੀਂ ਕੀਤਾ, ਸਗੋਂ ਕਲਾਤਮਕ ਖੇਤਰ ਵਿੱਚ ਵੀ ਅਹਿਮ ਯੋਗਦਾਨ ਪਾਇਆ। ਉਸ ਨੇ ਵਿਦਿਆਰਥੀਆਂ ਅੰਦਰ ਚੇਤਨਾ ਦੀ ਚਿੰਗ ਜਗਾਈ। ਅੱਜ ਡਾਕਟਰ ਚਰਨਜੀਤ ਕੌਰ ਨੂੰ ਸਾਹਿਤਕ ਅਤੇ ਅਧਿਆਪਨ ਦੇ ਖੇਤਰ ਵਿੱਚ ਹਰ ਕੋਈ ਜਾਣਦਾ ਹੈ, ਪਰ ਉਸ ਦੀ ਇਸ ਪਛਾਣ ਦੇ ਪਿੱਛੇ ਛੁਪਿਆ ਹੋਇਆ ਹੈ ਉਸ ਦੇ ਲੰਮੇ ਸਮੇਂ ਦਾ ਸੰਘਰਸ਼, ਸਿਰੜ, ਸਖਤ ਮਿਹਨਤ ਤੇ ਖਾੜਕੂ ਸੁਭਾਅ। ਅਤੇ ਜਿੱਥੇ ਵੀ ਕਿਤੇ ਨਾਰੀ ਦੇ ਨਾਲ ਪੰਜਾਬੀ ਵਿਭਾਗ ਦੇ ਵਿੱਚ ਕੁਝ ਕੁੜੀਆਂ ਦੇ ਨਾਲ ਕੋਈ ਬੇਇਨਸਾਫੀ ਆਸੇ-ਪਾਸੇ ਕਿਤੇ ਹੁੰਦੀ ਆ ਤਾਂ ਉਸ ਦੇ ਬਾਰੇ ਵੀ ਉਹ ਆਵਾਜ਼ ਉਠਾਉਂਦੇ ਨੇ। ਡਾਕਟਰ ਚਰਨਜੀਤ ਕੌਰ ਨੇ ਸਟਰੀਟ ਪਲੇ, ਫਿਲਮਾਂ ਅਤੇ ਰੰਗਮੰਚ ਨਾਲ ਜੁੜੇ ਹੋਏ ਬਹੁਤ ਸਾਰੇ ਕਾਰਜਾਂ ਵਿੱਚ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਈ ਹੈ। ਬਰਨਾਲਾ ਤੋਂ ਮੋਗਾ ਜਾਂਦੀ ਸੜਕ ਦੇ ਉੱਤੇ ਵਸਿਆ ਪਿੰਡ ਹੈ ਭੋਤਨਾ, ਤੇ ਭੋਤਨੇ ਦੇ ਵਿੱਚ ਮਸ਼ਹੂਰ ਹੈ ਜਮਾਰੀ ਕਾ ਲਾਣਾ। ਸਰਦਾਰਨੀ ਜੈ ਕੌਰ ਤੇ ਸਰਦਾਰ ਜਵਾਹਰ ਸਿੰਘ ਯਾਨੀ ਕਿ ਜਮਾਰੀ ਦੇ ਨੂੰਹ ਪੁੱਤਰ ਰਣਜੀਤ ਕੌਰ ਤੇ ਗੁਲਜ਼ਾਰਾ ਸਿੰਘ ਅਤੇ ਅੱਗੇ ਉਹਨਾਂ ਦੇ ਨੂੰਹ ਪੁੱਤਰ ਜਾਗੀਰ ਕੌਰ ਤੇ ਹਰਬੰਸ ਸਿੰਘ ਦੇ ਘਰ ਜਨਮੀ ਦਲੇਰ ਧੀ ਦਾ ਨਾਮ ਰੱਖਿਆ ਚਰਨਜੀਤ, ਭਾਵ ਜਿੱਥੇ ਚਰਨ ਪੈਣ ਉੱਥੇ ਹੀ ਜਿੱਤ ਨਸੀਬ ਹੋਵੇ। ਚਰਨਜੀਤ ਆਪਣੇ 3 ਭਾਈਆਂ ਕਰਮਜੀਤ, ਸਵਰਨਜੀਤ ਤੇ ਸਰਬਜੀਤ ਅਤੇ 3 ਭੈਣਾਂ ਨਛੱਤਰ, ਪਰਮਜੀਤ ਤੇ ਧਰਮਜੀਤ ਵਿੱਚੋਂ ਯਾਨੀ 7 ਭੈਣ ਭਰਾਵਾਂ ਵਿੱਚੋਂ ਦੂਜੇ ਥਾਂ ਤੇ ਹੈ। ਪ੍ਰਾਇਮਰੀ ਪਿੰਡੋਂ ਕਰਨ ਉਪਰੰਤ ਹਾਈ ਸਕੂਲ ਬਖਤਗੜ੍ਹ ਤੋਂ 10ਵੀਂ ਕੀਤੀ। ਵੱਡੀ ਭੈਣ ਨਛੱਤਰ ਨੂੰ ਸਾਥ ਨਾ ਹੋਣ ਕਾਰਨ ਅੱਗੇ ਪੜ੍ਹਨ ਨਾ ਲਗਾਇਆ। ਇਸੇ ਕਾਰਨ ਚਰਨਜੀਤ ਅਗਲੇ ਸਾਲ ਇੱਕ ਕਲਾਸ ਅੱਗੇ ਵੱਡੀ ਭੈਣ ਨਾਲ ਜਾ ਰਲੇ ਤੇ ਦੋਨੋਂ SD ਕਾਲਜ ਬਰਨਾਲਾ ਵਿੱਚ ਇਕੱਠੀਆਂ BA ਕਰਨ ਲੱਗੀਆਂ। ਉਸ ਸਮੇਂ ਕੁੜੀਆਂ ਨੂੰ ਕਾਲਜ ਪੜ੍ਹਾਉਣਾ ਪੁਰਸਲਾਤ ਤੇ ਤੁਰਨ ਬਰਾਬਰ ਸੀ। ਉਨੀ ਦਿਨੀ ਇਲਾਕੇ ਵਿੱਚ ਨਕਸਲਬਾੜੀ ਲਹਿਰ ਦਾ ਪ੍ਰਭਾਵ ਸੀ ਤੇ ਸੰਤ ਰਾਮ ਉਦਾਸੀ ਦੇ ਪਿੰਡ ਰਾਏਸਰ ਅਤੇ ਭੋਤਨਾ ਦੀ ਜੂਹ ਸਾਂਝੀ ਸੀ। ਚਰਨਜੀਤ ਨੇ ਲਹਿਰ ਦਾ ਪ੍ਰਭਾਵ ਬਹੁਤ ਜਲਦੀ ਕਬੂਲ ਲਿਆ ਤੇ PSU ਦੀਆਂ ਸਟੇਜਾਂ ਤੇ ਉਸ ਦੇ ਇਨਕਲਾਬੀ ਗੀਤ, ਭਾਸ਼ਣ ਤੇ ਹੱਕ ਸੱਚ ਦੇ ਨਾਅਰੇ ਆਮ ਸੁਣੇ ਜਾਣ ਲੱਗੇ। ਇਨਕਲਾਬੀ ਨਾਟਕਾਂ ਵਿੱਚ ਕਦੇ ਥੈਂਕ ਯੂ ਮਿਸਟਰ ਗਲਾਡ ਦੇ ਜੇਲਰ ਦੀ ਲੜਕੀ ਬਣਦੀ, ਕਦੇ ਗਿੱਧੇ, ਫਰੈਂਸੀ ਡਰੈਸ, ਭਾਸ਼ਣ ਤੇ ਕਾਵਿ ਪ੍ਰਤਿਯੋਗਤਾਵਾਂ ਵਿੱਚ ਭਾਗ ਲੈਂਦੀ, ਟਰਾਫੀਆਂ ਜਿੱਤਦੀ ਤੇ ਖੇਡਾਂ 'ਚ ਵਿਕਟਰੀ ਸਟੈਂਡ ਤੇ ਚੜ੍ਹਦੀ। ਕਾਲਜ ਮੈਗਜ਼ੀਨ ਦੀ ਸੰਪਾਦਨਾ ਕਰਦੀ, ਕਾਲਜ ਦੀ ਬੈਸਟ ਸਪੀਕਰ ਬਣਦੀ ਰਹੀ। BA ਉਪਰੰਤ ਬਰਨਾਲਾ 'ਚ ਹੀ ਸਰਕਾਰੀ ਉਦਯੋਗਿਕ ਸਿੱਖਿਆ ਕੇਂਦਰ ਤੋਂ ਸਟੈਨੋਗ੍ਰਾਫੀ ਦਾ ਕੋਰਸ ਕਰਨ ਪਿੱਛੋਂ ਭਾਸ਼ਾ ਵਿਭਾਗ ਪਟਿਆਲਾ ਵਿੱਚ ਸਟੈਨੋਗ੍ਰਾਫੀ ਅਧਿਆਪਨ ਦਾ ਕੋਰਸ ਕੀਤਾ ਤੇ 1983 ਵਿੱਚ 23 ਸਾਲ ਦੀ ਉਮਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਹਿਲਾਂ ਕਲਰਕ ਤੇ ਫਿਰ ਸਟੈਨੋ ਵਜੋਂ ਨੌਕਰੀ ਕਰਨ ਲੱਗੀ। ਯੂਨੀਵਰਸਿਟੀ ਵਰਗੇ ਵਿਦਿਅਕ ਅਦਾਰਿਆਂ ਵਿੱਚ ਵੀ ਔਰਤ ਲੀਡਰਸ਼ਿਪ ਲਈ ਕੋਈ ਥਾਂ ਨਹੀਂ ਸੀ। ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ। ਲਗਾਤਾਰ ਔਰਤ ਦੀ ਨੁਮਾਇੰਦਗੀ ਲਈ ਸੰਘਰਸ਼ ਕਰਦਿਆਂ 1999 ਵਿੱਚ ਨਾਰੀ ਅਧਿਆਪਕਾਂ ਅਤੇ ਗੈਰ ਅਧਿਆਪਨ ਨਾਰੀ ਕਰਮਚਾਰੀਆਂ ਦਾ ਵਰਕਿੰਗ ਵਿਮਨ ਫੋਰਮ ਦੀ ਸਥਾਪਨਾ ਕੀਤੀ। ਇਸ ਦੀ ਪ੍ਰਧਾਨ ਦਲੀਪ ਕੌਰ ਟਵਾਣਾ ਨੂੰ ਬਣਾਇਆ ਗਿਆ।
ਇਸ ਫੋਰਮ ਦੇ ਬਣਨ ਨਾਲ ਯੂਨੀਅਨਾਂ ਚੌਕਸ ਹੋ ਗਈਆਂ। ਫਿਰ ਔਰਤਾਂ ਨੂੰ ਯੂਨੀਅਨਾਂ ਵਿੱਚ ਬਣਦੀ ਥਾਂ ਮਿਲੀ। ਇੱਥੇ ਉਹ ਗੈਰ ਅਧਿਆਪਨ ਕਰਮਚਾਰੀ ਸੰਘ ਵਿੱਚ ਸਰਗਰਮ ਹੋਣ ਪਿੱਛੋਂ ਪਹਿਲੀ ਔਰਤ ਜਨਰਲ ਸਕੱਤਰ ਅਤੇ ਫਿਰ ਪਹਿਲੀ ਔਰਤ ਪ੍ਰਧਾਨ ਬਣੀ। ਡਾਕਟਰ ਚਰਨਜੀਤ ਕੌਰ ਬਰਾੜ ਮਾਲਵੇ ਦੇ ਤਰਕਸ਼ੀਲ ਖੇਤਰ ਬਰਨਾਲਾ ਦੀ ਜੰਮਪਲ ਧੀ ਹੈ। ਉਹਨਾਂ ਨੇ ਆਪਣਾ ਕੈਰੀਅਰ ਗੈਰ ਅਧਿਆਪਨ ਕਰਮਚਾਰੀ ਦੇ ਤੌਰ ਤੇ ਸ਼ੁਰੂ ਕੀਤਾ ਅਤੇ ਆਪਣੇ ਸੰਘਰਸ਼ਸ਼ੀਲ ਅਤੇ ਪ੍ਰੇਰਨਾਦਾਇਕ ਜੀਵਨ ਕਾਰਨ ਉਹ ਕਰਮਚਾਰੀ ਸੰਘ ਦੇ ਪ੍ਰਧਾਨ ਬਣੇ। ਉਹਨਾਂ ਨੇ ਆਪਣੇ ਜੀਵਨ ਵਿੱਚ ਨਾ ਸਿਰਫ ਸਾਹਿਤ ਨੂੰ ਪੜ੍ਹਿਆ ਅਤੇ ਪੜ੍ਹਾਇਆ ਹੈ, ਬਲਕਿ ਉਹਨੂੰ ਵਿਹਾਰਕ ਪੱਧਰ ਤੇ ਸਮਾਜ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਹੈ। ਜਿਸ ਵੀ ਖੇਤਰ 'ਚ ਉਹਨੇ ਕੰਮ ਕੀਤਾ ਉਹ ਬਿਲਕੁਲ ਤਨਦੇਹੀ ਨਾਲ ਕੰਮ ਕੀਤਾ, ਚਾਹੇ ਉਹ ਕਰਮਚਾਰੀ ਦਲ ਦੇ ਨੇਤਾ ਦੇ ਤੌਰ ਤੇ ਸੀਗੀ, ਚਾਹੇ ਉਹ ਅਧਿਆਪਕ ਦੇ ਤੌਰ ਤੇ ਸੀਗੀ, ਤੇ ਚਾਹੇ ਇੱਕ ਇਸਤਰੀ ਜਾਤੀ ਦੇ ਹੱਕਾਂ ਬਾਰੇ ਜਦੋਂ ਉਹ ਲੜੀ ਹੈ। ਇਹ ਮੁੱਢਲੀਆਂ ਪੈੜਾਂ ਕਰਨੀਆਂ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ। ਇਹਨਾਂ ਪਿੱਛੇ ਪਰਪੱਕ ਸਮਝ ਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ। ਉਹ ਸੰਘਰਸ਼ਾਂ ਦੀ ਕੋਠਾਲੀ ਵਿੱਚ ਢਲ ਸੋਨਾ ਬਣਦੀ ਰਹੀ। ਜੇ ਮੈਂ ਉਹਨਾਂ ਦੇ ਅਧਿਆਪਕ ਡਾਕਟਰ ਦਲੀਪ ਕੌਰ ਟਿਵਾਣਾ, ਜੋ ਮੇਰੇ ਵੀ ਅਧਿਆਪਕ ਨੇ, ਉਸ ਪ੍ਰਸੰਗ 'ਚ ਕਹਾਂ ਤਾਂ ਮੈਨੂੰ ਟਿਵਾਣਾ ਕਹਿੰਦੇ ਸੀ ਕਿ ਮੈਂ ਯੂਨੀਵਰਸਿਟੀ ਦੀ ਪਹਿਲੀ ਪ੍ਰੋਫੈਸਰ, ਯੂਨੀਵਰਸਿਟੀ ਦੀ ਪਹਿਲੀ ਡੀਨ, ਅਖੀਰ ਕਹਿੰਦੇ ਸੀ ਮੈਂ ਘਰ 'ਚ ਵੀ ਪਹਿਲੇ ਥਾਂ ਤੇ ਜੰਮੀ ਸੀ। ਚਰਨਜੀਤ ਘਰ ਵੀ ਦੂਜੇ ਥਾਂ ਤੇ ਜੰਮੇ, ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੌਨ ਟੀਚਿੰਗ ਐਸੋਸੀਏਸ਼ਨ ਦੇ ਪਹਿਲੇ ਇਸਤਰੀ ਪ੍ਰਧਾਨ ਬਣੇ, ਕਈ ਵਾਰ ਸਕੱਤਰ ਰਹੇ, ਸੰਘਰਸ਼ੀ ਜੀਵਨ ਜੀਆ, ਹੱਕਾਂ ਲਈ ਖੜੇ। ਔਰ ਸਭ ਤੋਂ ਵੱਡੀ ਗੱਲ ਇਹ ਕਿ 37 ਸਾਲਾਂ ਦੀ ਨੌਕਰੀ ਦੇ ਵਿੱਚ ਉਹਨਾਂ ਨੇ MA ਦੀ ਕੀਤੀ, PhD ਕੀਤੀ ਤੇ ਆਪਣੇ ਪਿੰਡ ਦੇ ਪਹਿਲੇ MA PhD ਵੀ ਬਣੇ। ਪਿੰਡ ਦੀ ਪਹਿਲੀ ਨੌਕਰੀ ਕਰਨ ਵਾਲੀ ਨੌਜਵਾਨ ਲੜਕੀ ਵੀ ਬਣੀ ਔਰ ਘਰਦਿਆਂ ਤੋਂ ਇਜਾਜ਼ਤ ਲੈ ਕੇ ਯੂਨੀਵਰਸਿਟੀ ਦੀ ਨੌਕਰੀ ਕਰਦੇ ਕਰਦੇ ਉਹਨਾਂ ਨੇ ਪੜ੍ਹਾਈਆਂ ਕੀਤੀਆਂ। ਯੂਨੀਵਰਸਿਟੀ ਵਿੱਚ ਚਰਨਜੀਤ ਦੀ ਜ਼ਿੰਦਗੀ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਇੱਕ ਤਰਕਸ਼ੀਲ ਸੋਚ ਨੂੰ ਪਰਨਾਏ ਉਸ ਸਮੇਂ ਦੇ ਖੋਜਾਰਥੀ ਰਾਜਿੰਦਰਪਾਲ ਸਿੰਘ ਬਰਾੜ ਨਾਲ ਚਰਨਜੀਤ ਦੀ ਜਾਣ ਪਛਾਣ ਹੋਈ। ਚਰਨਜੀਤ ਅਤੇ ਰਾਜਿੰਦਰਪਾਲ ਦੀ ਵਿਚਾਰਧਾਰਕ ਸਾਂਝ, ਦੋਵਾਂ ਦੇ ਅਨਿਆਂ ਵਿਰੁੱਧ ਡਟ ਜਾਣ ਵਾਲੇ ਸੁਭਾਅ ਅਤੇ ਦੋਵਾਂ ਦੇ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਜਜ਼ਬੇ ਕਾਰਨ ਹੀ ਦੋਵਾਂ ਨੇ ਜ਼ਿੰਦਗੀ ਦੇ ਇੱਕੋ ਰਸਤੇ ਦਾ ਸਫ਼ਰ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ। ਕਦ ਸਾਹਾਂ ਵਿੱਚ ਕੋਈ ਵਸ ਗਿਆ, ਕਦ ਨਾਗ ਇਸ਼ਕ ਦਾ ਡਸ ਗਿਆ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪਿਆਰ ਹੋ ਗਿਆ। ਤੇ ਤੁਹਾਨੂੰ ਵੀ ਆਪਣੇ ਪੇਰੈਂਟਸ ਦੇ ਅਗੇਂਸਟ ਜਾਣਾ ਪਿਆ ਕਿ ਉਹ ਈਜ਼ੀਲੀ ਮੰਨ ਗਏ? ਨਹੀਂ, ਕੋਈ ਬਹੁਤੇ ਅਗੇਂਸਟ ਨਹੀਂ ਗਏ, ਪਰ ਈਜ਼ੀਲੀ ਮੰਨਣ ਵਾਲੀ ਗੱਲ ਵੀ ਨਹੀਂ। ਇਹ ਕਿ ਇੱਕ ਵਾਰ ਤਾਂ ਉਹਨਾਂ ਨੇ ਜ਼ਰੂਰ ਸੋਚਿਆ ਜਾਂ ਸਾਰੀ ਗੱਲ ਨੂੰ ਪੜਤਾਲਿਆ, ਪਰ ਕੋਈ ਬਹੁਤਾ ਲੰਮਾ ਸਮਾਂ ਕੋਈ ਇਸ ਕਿਸਮ ਦਾ ਕੋਈ ਝਗੜਾ ਹੋਇਆ ਹੋਵੇ ਜਿਹੀ ਨਹੀਂ ਕੋਈ ਗੱਲ। ਤੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕਰਨੀ ਪਈ ਕੋਸ਼ਿਸ਼? ਦੇਖੋ ਜੀ, ਲੜਕੀਆਂ ਦਾ ਮਾਮਲਾ ਹੁੰਦਾ ਹੈਗਾ, ਹਰ ਮਾਪੇ ਦੀ ਇਹ ਫਿਕਰਮੰਦੀ ਹੁੰਦੀ ਹੈ। ਧੀਆਂ ਦੇ ਮਾਮਲੇ ਦੇ ਵਿੱਚ ਮੇਰੇ ਬਾਪੂ ਜੀ ਵੀ ਕਾਫੀ ਫਿਕਰਮੰਦ ਸੀ ਕਿ ਇੱਕ ਪੜ੍ਹਿਆ ਲਿਖਿਆ ਲੜਕਾ ਕਿਉਂ ਕਿਸੇ ਲੜਕੀ ਨਾਲ ਬਿਨਾਂ ਕਿਸੇ ਲਾਲਚ ਦੇ, ਬਿਨਾਂ ਦਾਜ ਦਹੇਜ ਦੇ ਵਿਆਹ ਕਰਵਾਏਗਾ। ਦੇਖੋ ਜੀ, ਕਮੀਆਂ ਤੋਂ ਬਿਨਾਂ ਤਾਂ ਕੋਈ ਵੀ ਇਨਸਾਨ ਹੋ ਨਹੀਂ ਸਕਦਾ, ਲੇਕਿਨ ਜਿੱਥੋਂ ਤੱਕ ਰਜਿੰਦਰ ਦਾ ਸਵਾਲ ਹੈ, ਇਹ ਮੇਰੇ ਲਈ ਸੋਨੇ ਦਾ ਗਹਿਣਾ ਨੇ, ਪਰ ਅਫਸੋਸ ਕਿ ਖੋਟ ਪਾਏ ਬਿਨਾਂ ਗਹਿਣਾ ਬਣਦਾ ਨਹੀਂ। ਤੇ ਚਰਨਜੀਤ ਜੀ, ਤੁਸੀਂ ਕਦੀ ਸੋਚਿਆ ਕਿਸੇ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਛੱਡ ਕੇ ਚਲੇ ਜਾਣ ਤੇ ਫਿਰ ਕੀ ਹੋਏਗਾ? ਦੇਖੋ ਜੀ, ਇਸ ਬਾਰੇ ਮੈਂ ਤੁਹਾਨੂੰ ਸੁਖਵਿੰਦਰ ਅਮਰ ਦਾ ਇੱਕ ਸ਼ੇਅਰ ਸੁਣਾ ਦਿੰਦੀ ਹਾਂ ਕਿ ਮੈਂ ਉਸ ਦੀ ਪੈੜ ਨਹੀਂ ਕਿ ਛੱਡ ਕੇ ਤੁਰ ਜਾਏਗਾ ਮੈਨੂੰ, ਮੈਂ ਉਸ ਦਾ ਗੀਤ ਹਾਂ ਸਾਰੇ ਸਫ਼ਰ ਵਿੱਚ ਗਾਏਗਾ ਮੈਨੂੰ। ਇਹ ਸਫ਼ਰ ਇੰਨਾ ਕਾਮਯਾਬ ਰਿਹਾ ਕਿ ਦੋਵਾਂ ਨੇ ਰਲ ਕੇ ਖੋਜ ਕੀਤੀ, ਅਧਿਆਪਨ ਕੀਤਾ, ਸਾਹਿਤਕ ਸੱਭਿਆਚਾਰਕ ਸਰਗਰਮੀਆਂ ਵਿੱਚ ਯੋਗਦਾਨ ਪਾਇਆ ਤੇ ਸਭ ਤੋਂ ਵੱਧ ਆਪਣੇ ਵਿਦਿਆਰਥੀਆਂ ਨੂੰ ਨਵਾਂ ਗਿਆਨ ਵੰਡਿਆ ਅਤੇ ਉਹਨਾਂ ਅੰਦਰ ਮੌਜੂਦ ਅਕਾਦਮਿਕ, ਸਾਹਿਤਕ, ਸੱਭਿਆਚਾਰਕ ਸੰਭਾਵਨਾਵਾਂ ਨੂੰ ਪ੍ਰਫੁੱਲਤ ਕੀਤਾ। ਵਿਭਾਗ ਦੇ ਵਿੱਚ ਲੜਕੀਆਂ ਨੇ ਉਹਨਾਂ ਨੂੰ ਗਾਈਡ ਕਰਨਾ, ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਦੀਆਂ ਨਿੱਕੀਆਂ ਮੋਟੀਆਂ ਲੋੜਾਂ ਦੇ ਬਾਰੇ ਸੰਵੇਦਨਸ਼ੀਲ ਰਹਿਣਾ, ਇਹ ਗੱਲ ਡਾਕਟਰ ਚਰਨਜੀਤ ਕੌਰ ਹੋਰਾਂ ਦੇ ਸੁਭਾਅ ਦੇ ਵਿੱਚ ਹੈ। ਤੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਨੇ ਆਪਣੀ ਭੂਮਿਕਾ ਜਿਸ ਵੀ ਰੂਪ ਦੇ ਵਿੱਚ ਉਹ ਯੂਨੀਵਰਸਿਟੀ ਦੇ ਵਿੱਚ ਰਹੇ, ਉਹ ਬਾਖੂਬੀ ਨਿਭਾਈ। ਚਰਨਜੀਤ ਮੈਮ ਦੀ ਸੇਵਾ ਮੁਕਤੀ ਦਾ ਦਿਨ ਖੁਸ਼ੀ ਵਾਲਾ ਦਿਨ ਵੀ ਹੈ ਤੇ ਨਾਲ ਹੀ ਸਾਰੇ ਵਿਭਾਗ ਨੂੰ ਭਾਵੁਕ ਕਰਨ ਵਾਲਾ ਵੀ ਹੈ। ਖੁਸ਼ੀ ਦਾ ਦਿਨ ਇਸ ਲਈ ਹੈ ਕਿ ਉਹ ਜ਼ਿੰਦਗੀ ਦੇ ਇੱਕ ਨਵੇਂ ਪੜਾਅ 'ਚ ਦਾਖਲ ਹੋ ਰਹੇ ਨੇ, ਜਿਸ ਲਈ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭੇਛਾਵਾਂ।
ਤੇ ਨਾਲ ਹੀ ਇਹ ਅਹਿਸਾਸ ਥੋੜਾ ਭਾਵੁਕ ਵੀ ਕਰਦਾ ਹੈ ਕਿ ਅਸੀਂ ਆਪਣੀ ਇੱਕ ਬੇਬਾਕ ਤੇ ਚਹੇਤੀ ਅਧਿਆਪਕ ਹੈ ਜਿਹੜੀ ਉਹਨੂੰ ਰੋਜ਼ ਡਿਪਾਰਟਮੈਂਟ 'ਚ ਨਹੀਂ ਮਿਲ ਸਕਾਂਗੇ। ਮੈਮ ਵਿਭਾਗ ਦੀ ਵਿਦਿਆਰਥੀ ਹੋਣ ਦੇ ਨਾਤੇ ਤੁਹਾਡੇ ਨਾਲ ਇਹ ਸਫ਼ਰ ਹੈ ਜਿਹੜਾ ਉਹ ਬਹੁਤ ਵਧੀਆ ਰਿਹਾ, ਬਹੁਤ ਯਾਦਗਾਰ ਰਿਹਾ। ਪਰ ਕੁੜੀ ਹੋਣ ਦੇ ਨਾਤੇ ਇਹ ਸਫ਼ਰ ਬੇਹੱਦ ਖਾਸ ਹੈ। ਉਹਦਾ ਕਾਰਨ ਹੈ ਕਿ ਮੈਂ ਤੇ ਵਿਭਾਗ ਦੀਆਂ ਕਿੰਨੀਆਂ ਹੀ ਕੁੜੀਆਂ ਵਿਭਾਗ 'ਚ ਹੋਣ ਵਾਲੀਆਂ ਸਰਗਰਮੀਆਂ 'ਚ ਸ਼ਾਇਦ ਉਸ ਤਰ੍ਹਾਂ ਪਾਰਟਿਸਿਪੇਟ ਨਾ ਕਰਦੀਆਂ ਜੇ ਤੁਸੀਂ ਸਾਨੂੰ ਸਮੇਂ-ਸਮੇਂ 'ਤੇ ਸਾਡੀ ਹੌਸਲਾ ਅਫਜ਼ਾਈ ਨਾ ਕਰਦੇ, ਸਾਨੂੰ ਹੱਲਾਸ਼ੇਰੀ ਨਾ ਦਿੰਦੇ। ਤੁਸੀਂ ਜਿਸ ਤਰ੍ਹਾਂ ਵਿਭਾਗ ਦੀਆਂ ਕੁੜੀਆਂ ਨੂੰ ਇਹ ਅਹਿਸਾਸ ਦਿਵਾਇਆ ਕਿ ਮੈਂ ਤੁਹਾਡੇ ਨਾਲ ਹਾਂ, ਪੂਰਾ ਡਿਪਾਰਟਮੈਂਟ ਤੁਹਾਡੇ ਨਾਲ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਆਪਣੀ ਗੱਲ ਕਹਿਣੀ ਸਿੱਖੋ, ਆਪਣੀ ਗੱਲ ਕਰਨੀ ਸਿੱਖੋ, ਆਪਣੇ ਲਈ ਲੜਨਾ ਤੇ ਖੜਨਾ ਸਿੱਖੋ। ਇਹ ਸਾਡੇ ਲਈ ਇੱਕ ਮੈਂ ਕਹੂੰਗੀ ਬਹੁਤ ਵੱਡੀ ਗੱਲ ਸੀ ਤੇ ਨਵੀਂ ਗੱਲ ਸੀ। ਮੇਰੇ ਲਈ ਨਿੱਜੀ ਤੌਰ ਤੇ ਇਹ ਇੱਕ ਨਵਾਂ ਅਨੁਭਵ ਸੀਗਾ ਕਿ ਆਪਣੇ ਨੇੜੇ ਦੀਆਂ ਔਰਤਾਂ ਨੂੰ ਇੰਨੀ ਬੇਬਾਕੀ, ਸ਼ਿੱਦਤ ਤੇ ਆਤਮ ਵਿਸ਼ਵਾਸ ਨਾਲ ਆਪਣੀ ਗੱਲ ਕਹਿੰਦੇ ਹੋਏ ਦੇਖਣਾ। ਇਸ ਤਰ੍ਹਾਂ ਤੁਸੀਂ ਸਾਨੂੰ ਕਿੰਨੀਆਂ ਹੀ ਜਿਹੜੀਆਂ ਹੈਗੀਆਂ ਨੇ ਉਹ ਯਾਦਾਂ ਦਿੱਤੀਆਂ ਨੇ, ਕਿੰਨੇ ਹੀ ਅਹਿਸਾਸ ਦਿੱਤੇ ਨੇ ਜਿਨ੍ਹਾਂ ਨੇ ਨਾ ਕੇਵਲ ਸਾਡੀ ਸੋਚ ਬਦਲੀ ਹੈ ਸਗੋਂ ਸਾਡੀ ਜ਼ਿੰਦਗੀ ਬਦਲੀ ਹੈ। ਉਹਦੇ 'ਚ ਇੱਕ ਵੱਡਾ ਰੋਲ ਪਲੇ ਕੀਤਾ ਸਾਡੀ ਜ਼ਿੰਦਗੀ ਬਦਲਣ ਦੇ ਵਿੱਚ, ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਨਾਲ ਰਹਿਣਗੀਆਂ ਅਤੇ ਸਾਡਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਤੁਹਾਡੇ ਕੀਤੇ ਜਾਂ ਤੁਹਾਡੇ ਨਾਲ ਰਲ ਕੇ ਜਿਹੜਾ ਤੁਸੀਂ ਵਿਦਿਆਰਥੀਆਂ ਦਾ ਜਿਸ ਤਰ੍ਹਾਂ ਸਾਥ ਦਿੰਦੇ ਰਹੇ, ਜਿਸ ਤਰ੍ਹਾਂ ਵਿਦਿਆਰਥੀਆਂ ਦੀ ਆਵਾਜ਼ ਉਠਾਉਂਦੇ ਰਹੇ ਅਤੇ ਉਠਾਈ ਹੋਈ ਆਵਾਜ਼ ਨੂੰ ਬੁਲੰਦ ਕਰਦੇ ਰਹੇ, ਇਹ ਵੀ ਇੱਕ ਸਾਡੇ ਲਈ ਸਿੱਖਣ ਵਾਲੀ ਗੱਲ ਸੀ ਕਿ ਆਸਿਫਾ ਕੇਸ ਨੂੰ ਲੈ ਕੇ, CAA ਨੂੰ ਲੈ ਕੇ, ਕੁੜੀਆਂ ਦੀ ਸਟ੍ਰਾਈਕ ਨੂੰ ਲੈ ਕੇ ਤੁਸੀਂ ਜਿੰਨੀ ਬੇਬਾਕੀ ਅਤੇ ਜਿੰਦਾ ਦਿਲੀ ਨਾਲ ਵਿਦਿਆਰਥੀਆਂ ਦਾ ਸਾਥ ਦਿੱਤਾ ਅਤੇ ਵਿਦਿਆਰਥੀਆਂ ਦੀ ਆਵਾਜ਼ ਬਣੇ, ਉਹ ਸਾਡੇ ਲਈ ਹਮੇਸ਼ਾ ਇੱਕ ਸੋਹਣੀ ਅਤੇ ਇੱਕ ਚੰਗੀ ਯਾਦ ਹੈ ਜਿਹੜੀ ਉਹ ਰਹੂਗਾ। ਮੈਮ ਤੁਸੀਂ ਸਾਨੂੰ ਬਹੁਤ ਚੰਗੀਆਂ, ਖੂਬਸੂਰਤ ਅਤੇ ਪਿਆਰੀਆਂ ਯਾਦਾਂ ਦਿੱਤੀਆਂ ਨੇ। ਉਹਨਾਂ 'ਚ ਜਿਵੇਂ ਮੈਂ ਦੱਸਿਆ ਆਸਿਫਾ ਵਾਲਾ, CAA ਵਾਲਾ ਅਤੇ ਹੋਸਟਲ ਵਾਲੀਆਂ ਯਾਦਾਂ ਤਾਂ ਉਹ ਯਾਦਾਂ ਨੇ ਜਿਨ੍ਹਾਂ 'ਤੇ ਅਸੀਂ ਸਾਰੀ ਜ਼ਿੰਦਗੀ ਮਾਣ ਕਰਾਂਗੇ ਕਿ ਅਸੀਂ ਇਹਦਾ ਹਿੱਸਾ ਸੀ, ਕਿਉਂਕਿ ਸਾਡੇ ਅਧਿਆਪਕ ਇਹਦਾ ਹਿੱਸਾ ਸੀ। ਜਦੋਂ ਮੇਰਾ MA ਪੰਜਾਬੀ ਆਨਰਸ ਦਾ ਨਤੀਜਾ ਆਇਆ ਤਾਂ ਮੈਂ ਚੰਗੇ ਅਧਿਆਪਨ ਅਤੇ ਮਿਹਨਤ ਸਦਕਾ ਗੋਲਡ ਮੈਡਲ ਪ੍ਰਾਪਤ ਕੀਤਾ। ਸੋ ਇਸ ਸਮੇਂ ਮੇਰੇ ਅੱਗੇ ਸਭ ਤੋਂ ਵੱਡੀ ਸਮੱਸਿਆ PhD ਦੇ ਗਾਈਡ ਦੀ ਚੋਣ ਕਰਨਾ ਸੀ। ਸੋ ਮੈਂ ਸੋਚ ਵਿਚਾਰ ਕੇ ਡਾਕਟਰ ਚਰਨਜੀਤ ਕੌਰ ਨੂੰ ਆਪਣਾ ਗਾਈਡ ਚੁਣਨ ਦਾ ਮਨ ਬਣਾਇਆ, ਜਿਸ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਸ਼ਖਸੀਅਤ ਸੀ ਕਿ ਮਾਲਵੇ ਦੇ ਨਰੋਲ ਕਿਸਾਨੀ ਪਰਿਵਾਰ ਵਿੱਚੋਂ ਉੱਠ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ ਤੱਕ ਪਹੁੰਚਣਾ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਰਹੀ ਹੈ। ਜਦੋਂ ਕਿ ਔਰਤਾਂ ਨੂੰ ਉਸ ਸਮੇਂ ਪਿੰਡਾਂ ਦੇ ਵਿੱਚੋਂ ਬਾਹਰ ਪੜ੍ਹਨ ਦੇ ਲਈ ਬਹੁਤ ਘੱਟ ਭੇਜਿਆ ਜਾਂਦਾ ਸੀ। ਮੇਰੇ ਲਈ ਮਾਣ ਵਾਲੀ ਗੱਲ ਇੱਕ ਇਹ ਵੀ ਰਹੀ ਹੈ ਕਿ ਮੈਨੂੰ ਡਾਕਟਰ ਚਰਨਜੀਤ ਕੌਰ ਅਧੀਨ PhD ਕਰਨ ਵਾਲੀ ਪਹਿਲੀ ਵਿਦਿਆਰਥਣ ਬਣਨ ਦਾ ਮੌਕਾ ਹਾਸਲ ਹੋਇਆ। ਉਹਨਾਂ ਦੇ ਨਿੱਘੇ ਅਤੇ ਮਲਾਪੜੇ ਸੁਭਾਅ ਸਦਕਾ ਮੇਰੀ ਉਹਨਾਂ ਨਾਲ ਇੰਨੀ ਪਰਿਵਾਰਕ ਸਾਂਝ ਬਣ ਗਈ ਕਿ ਮੇਰੀ ਵਿਆਹੁਤਾ ਜ਼ਿੰਦਗੀ ਦਾ ਜ਼ਰੀਆ ਵੀ ਡਾਕਟਰ ਚਰਨਜੀਤ ਕੌਰ ਹੀ ਬਣੇ। ਉਹਨਾਂ ਦੇ ਅਜਿਹੇ ਸੁਭਾਅ ਕਾਰਨ ਉਹਨਾਂ ਦੀ ਵਿਦਿਆਰਥੀਆਂ ਨਾਲ ਬਹੁਤ ਨੇੜਤਾ ਰਹੀ ਹੈ, ਕਿਉਂਕਿ ਉਹ ਮਾਪਿਆਂ ਵਾਂਗ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਉਤਸ਼ਾਹਿਤ ਵੀ ਕਰਦੇ ਰਹੇ। ਮਾਪਿਆਂ ਵਾਂਗ ਪਿਆਰ ਕਰਨਾ, ਝਿੜਕਣਾ ਉਹਨਾਂ ਦੀ ਸ਼ਖਸੀਅਤ ਦਾ ਮੁੱਖ ਹਿੱਸਾ ਰਿਹਾ ਹੈ। ਚਰਨਜੀਤ ਮੈਡਮ ਨਾਲ ਮੇਰੀ ਜਾਣ ਪਛਾਣ ਲਗਭਗ 18 ਵਰ੍ਹੇ ਪਹਿਲਾਂ ਹੋਈ, ਜਦੋਂ ਮੈਂ ਪੰਜਾਬੀ ਵਿਭਾਗ ਵਿੱਚ BA ਭਾਗ ਪਹਿਲਾਂ ਦੀ ਵਿਦਿਆਰਥੀ ਵਜੋਂ ਦਾਖਲਾ ਲਿਆ ਸੀ। ਵਿਭਾਗੀ ਟੂਰਾਂ ਦੌਰਾਨ ਅਕਸਰ ਮੈਡਮ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਰਿਹਾ, ਪਰ ਉਸ ਸਮੇਂ ਮੈਂ ਸਿਰਫ ਆਪਣੇ ਅਧਿਆਪਕ ਦੀ ਪਤਨੀ ਵਜੋਂ ਹੀ ਉਹਨਾਂ ਨੂੰ ਜਾਣਦੀ ਸਾਂ। ਮੈਡਮ ਨਾਲ ਮੇਰੀ ਵਧੇਰੇ ਨੇੜਤਾ ਸਾਲ 2012 ਦੇ ਵਿੱਚ ਜਦੋਂ ਮੈਂ PhD ਦੀ ਡਿਗਰੀ ਉਹਨਾਂ ਦੇ ਅੰਦਰ ਕਰਨੀ ਸ਼ੁਰੂ ਕੀਤੀ ਉਸ ਸਮੇਂ ਹੋਈ। ਅਤੇ ਉਸ ਸਮੇਂ ਦੌਰਾਨ ਮੈਡਮ ਨਾਲ ਜਿਹੜਾ ਰਿਸ਼ਤਾ ਬਣਿਆ ਉਹ ਸਿਰਫ ਇੱਕ ਨਿਗਰਾਨ ਅਤੇ ਵਿਦਿਆਰਥੀ ਦਾ ਰਿਸ਼ਤਾ ਨਾ ਹੋ ਕੇ ਸਗੋਂ ਮਾਂ ਦੀ ਬੁੱਕਲ ਦੇ ਨਿੱਕ, ਭੈਣਾਂ ਵਾਂਗ ਜ਼ਿੰਦਗੀ ਦੇ ਤੱਤੇ ਠੰਡੇ ਨੂੰ ਸਮਾਉਣ ਦੀ ਚਾਹ ਸਿਖਾਉਣ ਅਤੇ ਸਹੇਲੀਆਂ ਵਾਂਗ ਮਨ ਦੀ ਵਲਵਲਿਆਂ ਨੂੰ ਸਾਂਝਾ ਕਰਨ ਤੱਕ ਹੋ ਨਿਬੜਿਆ। ਅੱਜ ਵੀ ਜਦੋਂ ਮੈਡਮ ਮੈਨੂੰ ਫੋਨ ਕਰਦੇ ਨੇ ਅਤੇ ਮੇਰੀ ਮਾਂ ਵਾਂਗ ਮੇਰੀ ਸਿਹਤ ਤੋਂ ਲੈ ਕੇ ਘਰ ਪਰਿਵਾਰ ਦੀ ਸੁੱਖ ਸੰਦ ਪਹਿਲਾਂ ਪੁੱਛਦੇ ਨੇ, ਅਤੇ ਸ਼ਾਇਦ ਇਸੇ ਕਰਕੇ ਮੈਂ ਆਪਣੇ ਮਨ ਦੀਆਂ ਤਹਿਾਂ ਬੇਝਿਜਕ ਉਹਨਾਂ ਨਾਲ ਫਰੋਲ ਲੈਂਦੀ ਹਾਂ। ਮੈਡਮ ਨੇ ਮੇਰਾ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੀ ਹਰ ਔਖੀ ਸੌਖੀ ਘੜੀ ਵਿੱਚ ਸਾਥ ਦਿੱਤਾ ਅਤੇ ਮੇਰਾ ਮਾਰਗਦਰਸ਼ਨ ਕੀਤਾ।
ਤੇ ਹਮੇਸ਼ਾ ਹੀ ਹਿੰਮਤ ਬਣਾਈ ਰੱਖਣ ਦੀ ਹੌਸਲਾ ਦਿੱਤਾ। ਮੈਡਮ ਹੋਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਵਿੱਚ ਮੈਨੂੰ ਜਿੱਥੇ ਕਿਤੇ ਵੀ ਜ਼ਿੰਦਗੀ 'ਚ ਜ਼ਰੂਰਤ ਪਈ ਹੈ ਉਹਨਾਂ ਨੇ ਮੇਰੀ ਅੱਗੇ ਵੱਧ ਕੇ ਸਹਾਇਤਾ ਕੀਤੀ ਹੈ, ਚਾਹੇ ਉਹ ਮੇਰੀ ਪੜ੍ਹਾਈ ਨਾਲ ਸੰਬੰਧਿਤ ਹੋਏ, ਚਾਹੇ ਦੇਸ਼ ਵਿਦੇਸ਼ ਵਿੱਚ ਨੌਕਰੀ ਨਾਲ ਸੰਬੰਧਿਤ ਹੋਏ, ਤੇ ਚਾਹੇ ਉਹ ਪਟਿਆਲੇ ਰਹਿਣ ਨਾਲ। ਪਟਿਆਲੇ ਅਸੀਂ ਕੁਛ ਦਿਨਾਂ ਲਈ ਰਹਿਣਾ ਸੀ, ਪਰ ਮੈਡਮ ਹੋਰਾਂ ਦੇ ਪਰਿਵਾਰਿਕ ਤੇ ਆਪਣਤ ਭਰੇ ਮਾਹੌਲ ਵਿੱਚ 6 ਮਹੀਨਿਆਂ ਤੋਂ ਵੱਧ ਦਾ ਸਮਾਂ ਕਿਵੇਂ ਤੋਂ ਲੰਘ ਗਿਆ ਕੁਛ ਪਤਾ ਹੀ ਨਹੀਂ ਲੱਗਾ। ਤੇ ਇਸ ਨੇੜਤਾ ਦੇ ਇਸ ਸਮੇਂ 6 ਮਹੀਨਿਆਂ ਦੇ ਵਿੱਚ ਜਿਹੜੀ ਨੇੜਤਾ ਵਧੀ, ਉਹਨੇ ਯੂਨੀਵਰਸਿਟੀ ਵਿੱਚ ਨਿਗਰਾਨਪਤੀ ਰਾਏ ਨੂੰ ਹੀ ਉਲਟਾ ਕੇ ਰੱਖ ਦਿੱਤਾ। ਪਹਿਲਾ ਕਿ ਨਿਗਰਾਨ ਦਾ ਘਰ ਦਾ ਕੰਮ ਕਰਵਾਉਂਦੇ ਨੇ, ਪਰ ਅਸੀਂ ਅਕਸਰ ਮੈਡਮ ਦੇ ਹੱਥ ਦੇ ਪਰੌਂਠਿਆਂ ਦਾ ਆਨੰਦ ਲਿਆ ਹੋਣਾ। ਦੂਜਾ ਕਿ ਨਿਗਰਾਨ ਤੱਕ ਪੈਸੇ ਖਰਚ ਕਰਨੇ ਪੈਂਦੇ ਨੇ, ਤੇ ਉਹਦੇ 'ਚ ਵੀ ਮੈਨੂੰ ਲੱਗਦਾ ਅਸੀਂ ਮੈਡਮ ਹੋਰਾਂ 'ਤੇ ਭਾਰੂ ਰਹੇ ਹੋਵਾਂਗੇ ਤੇ ਉਹਨਾਂ ਦੇ ਖਰਚੇ 'ਚ ਇਜ਼ਾਫਾ ਕੀਤਾ ਹੋਣਾ। ਇੰਨੀ ਕੁ ਆਪਣਤ ਸੀ ਕਿ ਕਦੇ ਪਤਾ ਹੀ ਨਹੀਂ ਲੱਗਾ ਵੀ ਅਸੀਂ ਆਪਣੇ ਪਰਿਵਾਰ 'ਚ ਨਹੀਂ ਰਹਿ ਰਹੇ। ਮੇਰੇ ਮਨ ਦੇ ਵਿੱਚ ਵੀ ਝਿਜਕ ਸੀ ਵੀ ਹਾਂ ਵੀ ਭੁਪਿੰਦਰ ਤਾਂ ਪਹਿਲਾਂ ਮੈਮ ਜਾਣਦੇ ਨੇ ਵੀ ਮੇਰਾ ਰਹਿਣਾ ਪਤਾ ਨਹੀਂ ਕਿਵੇਂ ਹੋਊਗਾ, ਵੀ ਉੱਥੇ ਕਿਵੇਂ ਰਹੂੰਗਾ, ਪਰ ਮੈਂ ਮੇਰੀ ਫੈਮਿਲੀ ਵਾਂਗ ਰਹੇ ਤੇ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਮੈਂ ਫੈਮਿਲੀ ਤੋਂ ਬਾਹਰ ਰਿਹਾ। ਯੂਨੀਵਰਸਿਟੀ ਵਿੱਚ ਸਟੈਨੋ ਦੀ ਨੌਕਰੀ ਦੌਰਾਨ ਹੀ ਚਰਨਜੀਤ ਨੇ ਪੰਜਾਬੀ ਦੀ MA ਕਰ ਲਈ। ਫਿਰ ਪੰਜਾਬੀ ਦੀ ਪ੍ਰੋਫੈਸਰ ਅਤੇ ਲੇਖਕਾ ਡਾਕਟਰ ਬਲਵਿੰਦਰ ਕੌਰ ਬਰਾੜ ਕੋਲ PhD ਸ਼ੁਰੂ ਕਰ ਲਈ ਤੇ ਵਿਸ਼ਾ ਚੁਣਿਆ ਪੰਜਾਬੀ ਇਸਤਰੀ ਨਾਵਲਕਾਰਾਂ ਦੇ ਨਾਵਲਾਂ ਵਿੱਚ ਨਾਰੀ ਚੇਤਨਾ। ਮੈਨੂੰ ਪਤਾ ਲੱਗਿਆ ਜੂਨ ਦੇ ਅੰਤ 'ਚ ਚਰਨਜੀਤ ਦਾ ਹਰ ਦਿਨ ਐਤਵਾਰ ਵਰਗਾ ਲੰਘਿਆ ਕਰੂਗਾ। ਚਰਨਜੀਤ ਮੇਰੇ ਉਹਨਾਂ ਵਿਦਿਆਰਥੀਆਂ ਵਿੱਚੋਂ ਹੈ ਜਿਨ੍ਹਾਂ 'ਤੇ ਮਾਣ ਕੀਤਾ ਜਾ ਸਕਦਾ ਹੈ। ਅੱਜ ਯਾਦ ਕਰਦੀ ਹਾਂ ਸਾਡੀ ਪਹਿਲੀ ਮੁਲਾਕਾਤ ਜਦ ਆਰਟਸ ਐਡੀਟੋਰੀਅਮ ਵਿੱਚ ਕਿਸੇ ਹੋ ਰਹੇ ਫੰਕਸ਼ਨ ਦਰਮਿਆਨ ਹੋਈ ਸੀ, ਤਾਂ ਇਸ ਨੇ ਆ ਕੇ ਮੈਨੂੰ ਕਿਹਾ ਸੀ, ਸਹੇਲੀ ਜਿਹੜਾ ਪਾਸਾ ਮਾਰ ਮੈਂ ਵੀ ਬੈਠ ਜਾ। ਅਤੇ ਸੱਚ ਹੀ ਇਸ ਨੇ ਹਰ ਤਰੱਕੀ ਕਰਦਿਆਂ ਪਹਿਲੀ ਸਥਿਤੀ ਤੋਂ ਅਗਲੀ ਸਥਿਤੀ ਤੱਕ ਆਪਣੀ ਯੋਗਤਾ ਨਾਲ, ਆਪਣੀ ਇਮਾਨਦਾਰੀ ਨਾਲ, ਆਪਣੀ ਬੇਬਾਕੀ ਨਾਲ ਇਹ ਸੀਟਾਂ ਹਾਸਲ ਕੀਤੀਆਂ ਨੇ। ਇਸ ਨੂੰ ਪੂਰੀ ਤਰ੍ਹਾਂ ਨਿਭਾਇਆ, ਲੋਕ ਲਾਜ ਪਾਲੀ ਹੈ। ਮੈਂ ਜਾਣਦੀ ਹਾਂ ਕਿ ਮੇਰੇ ਵਾਂਗੂ ਕੂਲੇ ਅੱਖਰ ਬੋਲਣ ਵਾਲੀ ਸਮਰੱਥਾ ਇਹ ਨਹੀਂ ਪਾਲ ਸਕੀ, ਪਰ ਮੇਰੇ ਅੱਖਰਾਂ ਅਤੇ ਅਰਥਾਂ ਅਤੇ ਦਲੀਲਾਂ ਦੇ ਨਾਲ ਉਹਨਾਂ ਪਗਡੰਡੀਆਂ ਤੋਂ ਤੁਰਦੀ ਹੋਈ ਇਹ ਪਰਿਵਾਰਕ ਮਸਲਿਆਂ ਤੱਕ ਪੂਰੀ ਤਰ੍ਹਾਂ ਮੇਰੇ ਨਾਲ ਨਿਭੀ ਹੈ। ਵਾਹਿਗੁਰੂ ਇਸ ਨੂੰ ਤੰਦਰੁਸਤੀ ਬਖਸ਼ੇ, ਖੁਸ਼ੀ ਬਖਸ਼ੇ ਅਤੇ ਉਮਰ ਬਖਸ਼ੇ। ਇਹ ਚਰਨਜੀਤ ਹੀ ਸੀ ਜੋ ਸਟੈਨੋ ਦੀ ਨੌਕਰੀ ਦੇ ਨਾਲ ਪੜ੍ਹਾਈ ਤੋਂ ਇਲਾਵਾ ਕਰਮਚਾਰੀ ਸੰਘਰਸ਼ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੀ ਸੀ। ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਯੂਨੀਅਨ ਲੀਡਰ ਕੌਰ ਸਿੰਘ ਸੇਖੋਂ ਵੀ ਚਰਨਜੀਤ ਦੇ ਪਿੰਡ ਭੋਤਨਾ ਤੋਂ ਹੀ ਸੀ ਤੇ ਉਹ ਚਰਨਜੀਤ ਨਾਲ ਭੈਣ ਭਰਾ ਵਾਲਾ ਰਿਸ਼ਤਾ ਰੱਖਦਾ ਸੀ। ਪੰਜਾਬੀ ਯੂਨੀਵਰਸਿਟੀ ਅਧਿਆਪਕਾਂ ਦੇ ਸੰਘਰਸ਼ ਵਿੱਚ ਉਹਨਾਂ ਨੇ ਵੱਖ-ਵੱਖ ਸਮੇਂ ਤੇ ਬਣਦਾ ਆਪਣਾ ਯੋਗਦਾਨ ਵੀ ਪਾਇਆ ਹੈ। ਡਾਕਟਰ ਚਰਨਜੀਤ ਕੌਰ ਦੀ ਲੰਬੇ ਸਮੇਂ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਬਤੌਰ ਅਧਿਆਪਨ ਸੇਵਾ ਨੂੰ ਪੰਜਾਬੀ ਭਾਸ਼ਾ ਫੈਕਲਟੀ ਬੜੇ ਮਾਣ ਨਾਲ ਦੇਖਦੀ ਹੈ। ਮੈਂ ਬਤੌਰ ਡੀਨ ਭਾਸ਼ਾ ਫੈਕਲਟੀ ਵੱਲੋਂ ਡਾਕਟਰ ਚਰਨਜੀਤ ਕੌਰ ਦੇ ਇਸ ਸਫਲ ਕੈਰੀਅਰ ਤੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਤੋਂ ਵੀ ਵਧੇਰੇ ਸਰਗਰਮੀ ਨਾਲ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਕਲਾ ਦੇ ਮੰਚ ਤੇ ਆਪਣੀ ਸਰਗਰਮੀ ਨੂੰ ਉਸ ਰੂਪ ਵਿੱਚ ਹੀ ਜਾਰੀ ਰੱਖਣਗੇ ਜਿਸ ਪ੍ਰਕਾਰ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਇਹਨਾਂ 37 ਸਾਲਾਂ ਦੇ ਵਿੱਚ ਉਹਨਾਂ ਨੇ 11 ਸਾਲ ਕਾਲਜਾਂ ਵਿੱਚ ਤੇ 9 ਸਾਲ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਵਿੱਚ, 3 ਸਾਲ ਐਸੋਸੀਏਟ ਪ੍ਰੋਫੈਸਰ, 6 ਸਾਲ ਪ੍ਰੋਫੈਸਰ ਕੰਮ ਕੀਤਾ। ਔਰ ਗਲਪ ਦੇ ਉੱਤੇ ਆਲੋਚਨਾ ਦਾ ਕੰਮ, ਲੋਕਧਾਰਾ 'ਚ ਆਲੋਚਨਾ ਦਾ ਕੰਮ, ਮੈਂ ਇਹ ਕਹਿ ਸਕਦਾ ਕਿ ਇੱਕ ਐਸੀ ਹੋਲਿਸਟਿਕ ਪਰਸਨੈਲਿਟੀ ਹੈ ਬੀਬਾ ਚਰਨਜੀਤ, ਜਿਸ ਨੇ ਇੱਕ ਸਮਾਜ ਵਿੱਚ ਵਿਚਰਦੇ ਹੋਏ ਆਪਣੇ ਆਪ ਨੂੰ ਇਸਤਰੀ ਹੱਕਾਂ ਦੀ ਪਹਿਰੇਦਾਰੀ ਤੋਂ ਸ਼ੁਰੂ ਕਰਕੇ ਇੱਕ ਚਿੰਤਕ ਦੇ ਤੌਰ ਤੇ, ਲੇਖਕ ਦੇ ਤੌਰ ਤੇ, ਇੱਕ ਮਕਬੂਲ ਅਧਿਆਪਕ ਦੇ ਤੌਰ ਤੇ ਸ਼ਾਨਦਾਰ ਨੌਕਰੀ ਦਾ ਜੀਵਨ ਬਤਾਇਆ। ਔਰ ਅਗਲਾ ਸਮਾਂ ਜਿਹੜਾ ਕਿ ਰੀਟਾਇਰਮੈਂਟ ਹੈ, ਜਿਹਨੂੰ ਮੈਂ ਰਿਟਾਇਰ ਦਾ TI ਕੱਟ ਕੇ TY ਕਰ ਦੇਣਾ ਹੈ, ਉਹ ਹੋਰ ਜ਼ਿਆਦਾ ਸਮਾਜ ਨੂੰ ਯੋਗਦਾਨ ਦੇਣਗੇ, ਸਾਹਿਤ ਨੂੰ ਯੋਗਦਾਨ ਦੇਣਗੇ। ਤੇ ਜੋ ਉਹਨਾਂ ਨੇ ਪੈੜਾਂ ਇਸਤਰੀਆਂ ਵਾਸਤੇ, ਖਾਸ ਕਰ ਨੌਜਵਾਨ ਲੜਕੀਆਂ ਲਈ ਪਾਈਆਂ ਨੇ, ਉਹਨਾਂ ਪੈੜਾਂ ਦੇ ਉੱਤੇ ਚੱਲਦੇ ਹੋਏ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੌਜਵਾਨ ਲੜਕੀਆਂ ਲਈ ਹੋਰ ਪ੍ਰੇਰਨਾ ਸਰੋਤ ਬਣਨਗੇ। ਚਰਨਜੀਤ ਕੌਰ ਦੀ ਪਹਿਲੀ ਪੁਸਤਕ ਔਰਤ ਦਸ਼ਾ ਤੇ ਦਿਸ਼ਾ ਸਾਲ 1996 ਵਿੱਚ ਆਈ। ਅਸਲ ਵਿੱਚ ਤਰਕਸ਼ੀਲ ਲਹਿਰ ਵੇਲੇ ਮਾਨਸਿਕ ਰੋਗੀ ਔਰਤਾਂ ਦੇ ਹੱਲ ਕੀਤੇ ਕੇਸਾਂ ਦੀਆਂ ਰਿਪੋਰਟਾਂ ਤੇ ਆਧਾਰਿਤ ਸੀ।
ਜਿਸ ਵਿੱਚ ਔਰਤ ਦੀਆਂ ਸਮੱਸਿਆਵਾਂ ਦੇ ਵਿਹਾਰਕ ਹੱਲ ਵੀ ਸੁਝਾਏ ਹੋਏ ਹਨ। ਇਸ ਪੁਸਤਕ ਦਾ ਦੂਜਾ ਐਡੀਸ਼ਨ ਪੀਪਲਸ ਫੋਰਮ ਨੇ ਦੁਬਾਰਾ ਛਾਪਿਆ। ਇਸੇ ਸਾਲ ਹੀ ਲੋਕ ਬੋਲੀਆਂ ਦਾ ਸੰਗ੍ਰਹਿ ਬੋਲੀਆਂ ਦਾ ਖੂਹ ਭਰਦਿਆਂ ਪ੍ਰਕਾਸ਼ਿਤ ਹੋਈ। ਬੰਗਲਾਦੇਸ਼ ਦੀ ਲੱਜਾ ਨਾਵਲ ਨਾਲ ਮਸ਼ਹੂਰ ਹੋਈ ਬੇਬਾਕ ਲੇਖਕਾ ਤਸਲੀਮਾ ਨਸਰੀਨ ਦੀ ਵਾਰਤਕ ਦਾ ਅਨੁਵਾਦ ਔਰਤਾਂ ਦੇ ਹੱਕ ਵਿੱਚ ਸਿਰਲੇਖ ਅਧੀਨ ਕੀਤਾ, ਜੋ ਬਹੁਤ ਪੜ੍ਹਿਆ ਤੇ ਸਲਾਹਿਆ ਗਿਆ। ਉਸ ਦਾ PhD ਖੋਜ ਆਧਾਰ ਤੇ ਕੰਮ ਨਾਰੀ ਚੇਤਨਾ ਸਾਲ 1999 ਵਿੱਚ ਪ੍ਰਕਾਸ਼ਿਤ ਹੋਇਆ। ਇਹ ਪੁਸਤਕ ਬਹੁਤ ਪ੍ਰਵਾਨੀ ਗਈ, ਪ੍ਰਸ਼ੰਸਾ ਹੋਈ ਤੇ ਨਕਲ ਵੀ ਹੋਈ। ਉਸ ਤੋਂ ਬਾਅਦ ਉਸ ਦਾ ਸਿਧਾਂਤਕ ਕੰਮ ਨਾਰੀ ਨੀਡਸ ਸਾਲ 2010 ਵਿੱਚ ਸਾਹਮਣੇ ਆਇਆ, ਜਿਸ ਵਿੱਚ ਉਸਨੇ ਹਰ ਵਿਸ਼ੇ ਤੇ ਵਿਧਾ ਨੂੰ ਨਾਰੀ ਨਜ਼ਰੀਏ ਤੋਂ ਪਰਖਿਆ ਹੈ। ਇਸੇ ਸਾਲ ਹੀ ਸੰਪਾਦਿਤ ਪੁਸਤਕ ਨਾਰੀ ਦ੍ਰਿਸ਼ਟੀ ਸਾਹਮਣੇ ਆਈ। ਪੰਜਾਬੀ ਦੀਆਂ ਬੋਲੀਆਂ ਦਾ ਸਭ ਤੋਂ ਵੱਡਾ ਸੰਗ੍ਰਹਿ ਬੋਲੀਆਂ ਦੀ ਰੇਲ ਭਰਾਂ ਪ੍ਰਕਾਸ਼ਿਤ ਹੋਇਆ, ਜਿਸ ਵਿੱਚ ਲਗਭਗ ਹਰ ਬੋਲੀ ਦਰਜ ਕਰਨ ਦੀ ਕੋਸ਼ਿਸ਼ ਕੀਤੀ। ਸੰਤ ਰਾਮ ਉਦਾਸੀ ਦੀ ਜੀਵਨ ਤੇ ਰਚਨਾ ਸਾਲ 2014 ਵਿੱਚ ਆਈ। ਇਹ ਸਾਹਿਤ ਅਧਿਐਨ ਵਿਭਾਗ ਦਾ ਪ੍ਰੋਜੈਕਟ ਸੀ, ਜੋ ਪਬਲੀਕੇਸ਼ਨ ਬਿਊਰੋ ਨੇ ਛਾਪਿਆ। ਇੱਕ ਤਰ੍ਹਾਂ ਨਾਲ ਉਸਨੇ ਆਪਣੇ ਇਲਾਕੇ ਦੇ ਇਨਕਲਾਬੀ ਕਵੀ ਦਾ ਰਿਣ ਉਤਾਰਿਆ। ਵਾਰਤਕ ਸਿਧਾਂਤ ਉਸ ਦੀ ਸੰਪਾਦਿਤ ਪੁਸਤਕ, ਜੋ 2017 ਵਿੱਚ ਛਪੀ। ਉਸ ਦੇ ਹੁਣ ਤੱਕ 100 ਤੋਂ ਵੱਧ ਰਿਵਿਊ, ਆਰਟੀਕਲ ਅਤੇ ਰਿਸਰਚ ਪੇਪਰ ਮਿਆਰੀ ਅਖਬਾਰਾਂ, ਰਸਾਲਿਆਂ ਵਿੱਚ ਛਪ ਚੁੱਕੇ ਹਨ। ਉਸ ਨੂੰ ਲੋਕਧਾਰਾ ਅਤੇ ਨਾਰੀਵਾਦ ਨਾਲ ਇੰਨੀ ਉਣਸ ਹੈ ਕਿ ਆਪਣੀ ਬੇਟੀ ਦੇ ਵਿਆਹ ਦਾ ਕਾਰਡ ਆਏ ਦਿਨ ਸੁਹਾਵੇ ਵੀ ਵਿਆਹ ਨਾਲ ਸੰਬੰਧਿਤ ਰਸਮਾਂ ਅਤੇ ਗੀਤਾਂ ਦੇ ਰੂਪ ਵਿੱਚ ਵੰਡਿਆ। ਖਾਲਸਾ ਕਾਲਜ ਪਟਿਆਲਾ ਵਿੱਚ ਪੰਜਾਬੀ ਲੈਕਚਰਾਰ ਦੀ ਪੋਸਟ ਨਿਕਲੀ ਤਾਂ ਚਰਨਜੀਤ ਨੇ ਆਪਣੇ ਮਨਪਸੰਦ ਅਧਿਆਪਨ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਉਸ ਨੇ ਖਾਲਸਾ ਕਾਲਜ ਪਟਿਆਲਾ ਵਿੱਚ ਵਿਦਿਆਰਥੀਆਂ ਨੂੰ ਦ੍ਰਿੜਤਾ ਨਾਲ ਪੜ੍ਹਾਈ ਕਰਾਉਣ ਤੋਂ ਇਲਾਵਾ ਥੀਏਟਰ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਸਰਗਰਮ ਕੀਤਾ। ਸਭ ਤੋਂ ਪਹਿਲਾਂ ਮੈਂ ਇੱਕ ਬਹੁਤ ਹੀ ਡੈਡੀਕੇਟਡ ਟੀਚਰ ਤੇ ਉਸ ਤੋਂ ਵੀ ਵੱਧ ਤਨਦੇਹੀ ਨਾਲ ਕੰਮ ਕਰਨ ਵਾਲੀ ਇੱਕ ਬਹੁਤ ਹੀ ਵਧੀਆ ਯੂਨਿਟਿਸਟ ਤੇ ਮੇਰੀ ਬਹੁਤ ਹੀ ਪਿਆਰੀ ਸਹੇਲੀ ਚਰਨਜੀਤ ਨੂੰ ਅੱਜ ਉਸ ਦੀ ਰਿਟਾਇਰਮੈਂਟ ਦੇ ਦਿਨ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ। ਰਿਟਾਇਰਮੈਂਟ ਦਾ ਇਹ ਦਿਨ ਬਹੁਤ ਹੀ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਆਉਂਦਾ ਹੈ ਤੇ ਜਦੋਂ ਇਹ ਰਿਟਾਇਰਮੈਂਟ ਇੱਕ ਤੰਦਰੁਸਤ ਸਰੀਰ ਤੇ ਜੇ ਮੈਂ ਕਹਾਂ ਕਿ ਬੇਦਾਗ ਸਰਵਿਸ ਤੋਂ ਬਾਅਦ ਕਿਸਮਤ 'ਚ ਜ਼ਿੰਦਗੀ 'ਚ ਆਇਆ ਹੋਵੇ ਤਾਂ ਇਹਦੇ ਮਾਇਨੇ ਹੋਰ ਵੀ ਵਧੀਆ ਹੋ ਜਾਂਦੇ ਹਨ। ਮੇਰੇ ਤੇ ਚਰਨਜੀਤ ਦੇ ਸਾਥ ਦੀ ਅਗਰ ਮੈਂ ਗੱਲ ਕਰਾਂ ਤਾਂ ਸਾਡਾ ਸਾਥ ਲਗਭਗ 20 ਸਾਲ ਪੁਰਾਣਾ ਹੈ। ਮੈਂ ਯਾਦ ਕਰਦੀ ਹਾਂ ਉਹ ਦਿਨ ਕਿ ਚਰਨਜੀਤ ਨੇ 2000 ਵਿੱਚ ਖਾਲਸਾ ਕਾਲਜ ਪਟਿਆਲਾ ਜੁਆਇਨ ਕੀਤਾ ਤੇ ਮੈਂ ਉਸ ਸਮੇਂ ਮੈਟਰਨਿਟੀ ਲੀਵ ਤੇ ਸੀ। ਜਦੋਂ ਮੈਂ 5-6 ਮਹੀਨੇ ਬਾਅਦ ਕਾਲਜ ਜੁਆਇਨ ਕੀਤਾ ਤਾਂ ਚਰਨਜੀਤ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਲੱਗਿਆ ਕਿ ਕਿੰਨੀ ਕੱਸ ਕੇ ਗੁੱਤ ਕਰਦੀ ਹੈ ਔਰਤ। ਤੇ ਬਾਅਦ ਵਿੱਚ ਮੈਨੂੰ ਚਰਨਜੀਤ ਨੇ ਦੱਸਿਆ ਕਿ ਉਹਨੇ ਵੀ ਮੇਰੇ ਬਾਰੇ ਇਸ ਤਰ੍ਹਾਂ ਦਾ ਹੀ ਸੋਚਿਆ ਕਿ ਕਿੰਨਾ ਉੱਚਾ ਜੋੜਾ ਕਰਦੀ, ਮੈਂ ਉੱਚਾ ਜੋੜਾ ਕਰਿਆ ਕਰਦੀ ਸੀ ਉਹਨਾਂ ਦੇ ਵਿੱਚ। ਪਰ ਕੁਝ ਹੀ ਦਿਨਾਂ ਵਿੱਚ ਜਦੋਂ ਅਸੀਂ ਇੱਕ ਦੂਜੇ ਦੇ ਸੁਭਾਅ ਨੂੰ ਜਾਣਿਆ ਤਾਂ ਸਾਨੂੰ ਪਤਾ ਲੱਗਿਆ ਕਿ ਸਾਡੇ ਸੁਭਾਅ ਦੀਆਂ ਬਹੁਤ ਸਾਰੀਆਂ ਗੱਲਾਂ ਲਗਭਗ ਇੱਕੋ ਜਿਹੀਆਂ ਹਨ ਤੇ ਉਹ ਬਾਹਰੀ ਦਿੱਖ ਇੱਕ ਪਾਸੇ ਰਹਿ ਗਈ ਤੇ ਅਸੀਂ ਬਹੁਤ ਹੀ ਵਧੀਆ ਸਹੇਲੀਆਂ ਬਣ ਗਈਆਂ। ਬਸ ਫਿਰ ਕੀ ਸੀ, ਫਿਰ ਤਾਂ ਕਿਤਾਬਾਂ ਪੜ੍ਹਨੀਆਂ, ਇੱਕ ਦੂਜੇ ਨਾਲ ਡਿਸਕਸ ਕਰਨੀਆਂ ਤੇ ਥੀਏਟਰ ਵਿੱਚ ਸਾਡੀ ਬਰਾਬਰ ਦੀ ਰੁਚੀ ਹੋਣ ਕਰਕੇ ਅਸੀਂ ਕਾਲਜ ਇੰਚਾਰਜ ਰਹੀਆਂ ਥੀਏਟਰ ਦੀਆਂ ਤੇ ਬੱਚਿਆਂ ਨੂੰ ਨਾਟਕ ਸਕਿੱਟ ਵਗੈਰਾ ਤਿਆਰ ਕਰਵਾ ਕੇ ਅਸੀਂ ਉਹ ਸਮਾਂ ਬਹੁਤ ਜ਼ਿਆਦਾ ਇੰਜੋਏ ਕੀਤਾ। ਤੇ ਜੇ ਮੈਂ ਗੱਲ ਕਰਾਂ ਸ਼ਾਪਿੰਗ ਦੀ ਤਾਂ ਸਾਨੂੰ ਦੋਨਾਂ ਨੂੰ ਬੇਹੱਦ ਸ਼ੌਕ ਸ਼ਾਪਿੰਗ ਦਾ। ਪਟਿਆਲੇ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ ਜਿਹੜਾ ਅਸੀਂ ਖਾਲੀ ਛੱਡਿਆ ਹੋਵੇ ਜਿੱਥੇ ਜਾ ਕੇ ਅਸੀਂ ਸ਼ਾਪਿੰਗ ਨਾ ਕੀਤੀ ਹੋਵੇ। ਤੇ ਸਭ ਤੋਂ ਜ਼ਿਆਦਾ ਨਜ਼ਾਰਾ ਮੈਨੂੰ ਉਸ ਸਮੇਂ ਆਇਆ ਜਦੋਂ ਚਰਨਜੀਤ ਨੇ ਯੂਨੀਵਰਸਿਟੀ ਜੁਆਇਨ ਕੀਤਾ ਤੇ ਸੈਪਲ ਤੇ ਪੈਟਲ ਨੇ ਚਰਨਜੀਤ ਨੂੰ ਇਹ ਕਮੈਂਟ ਕੀਤਾ ਕਿ ਜਦੋਂ ਦਾ ਤੂੰ ਖਾਲਸਾ ਕਾਲਜ ਛੱਡਿਆ ਹੈ ਤੇ ਹਰਵਿੰਦਰ ਆਂਟੀ ਦਾ ਸਾਥ ਛੱਡਿਆ ਹੈ ਉਦੋਂ ਦਾ ਸੂਟ ਤੁਸੀਂ ਬੇਕਾਰ ਜਿਹੀ ਪਾਉਣ ਲੱਗ ਗਏ ਹੋ। ਤੇ ਮੈਨੂੰ ਇਹ ਸੁਣ ਕੇ ਬਹੁਤ ਮਜ਼ਾ ਆਇਆ ਤੇ ਹੁਣ ਵੀ ਅਸੀਂ ਜਦੋਂ ਵੀ ਦਾ ਲੱਗਦਾ ਹੈ ਸ਼ਾਪਿੰਗ ਤੇ ਜ਼ਰੂਰ ਜਾਂਦੇ ਹਾਂ। ਤੇ ਵੈਸੇ ਤਾਂ ਕਹਿੰਦੇ ਨੇ ਕਿ ਕਦੀ ਵੀ ਕਿਸੇ ਸਹੇਲੀ ਨੂੰ ਥੈਂਕ ਯੂ ਜਾਂ ਸੌਰੀ ਨਹੀਂ ਕਿਹਾ ਜਾਂਦਾ, ਪਰ ਕਿਸੇ ਪਲੇਟਫਾਰਮ ਤੇ ਮੈਨੂੰ ਲੱਗਦਾ ਹੈ ਅਗਰ ਮੌਕਾ ਮਿਲੇ ਤਾਂ ਜ਼ਰੂਰ ਕਹਿ ਦੇਣਾ ਚਾਹੀਦਾ ਹੈ। ਅੱਜ ਮੈਂ ਚਰਨਜੀਤ ਨੂੰ ਸ਼ੁਕਰੀਆ ਜ਼ਰੂਰ ਕਰਾਂਗੀ ਕਿਉਂਕਿ ਮੇਰੀ ਜ਼ਿੰਦਗੀ ਦੀ ਕਈ ਔਖੀ ਘੜੀਆਂ 'ਚ ਚਰਨਜੀਤ ਨੇ ਨਾ ਸਿਰਫ ਮੇਰਾ ਸਾਥ ਦਿੱਤਾ ਸਗੋਂ ਮੈਨੂੰ ਮੈਂਟਲ ਸਪੋਰਟ ਵੀ ਦਿੱਤੀ। ਸੋ ਸਹੇਲੀ ਤੇਰਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਨਾ ਸਮਝੀ ਕਿ ਤੂੰ ਪਾਰਟੀ ਤੋਂ ਬਚ ਗਈ, ਜਦੋਂ ਵੀ ਇਹ ਮਾਹੌਲ ਠੀਕ ਹੁੰਦਾ ਹੈ ਪਾਰਟੀ ਤਾਂ ਤੈਨੂੰ ਦੇਣੀ ਪੈਣੀ ਹੈ ਜ਼ਰੂਰ, ਠੀਕ ਹੈ।
ਤੇ ਅੰਤ ਵਿੱਚ ਜਿਵੇਂ ਕਿ ਹਰ ਰਿਟਾਇਰ ਹੋਣ ਵਾਲੇ ਬੰਦੇ ਨੂੰ ਇਹ ਕਿਹਾ ਜਾਂਦਾ ਹੈ ਕਿ ਹੁਣ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਣ ਵਾਲੀ ਹੈ, ਤੂੰ ਮਾਯੂਸ ਨਾ ਹੋਈ। ਪਰ ਮੈਂ ਚਰਨਜੀਤ ਨੂੰ ਐਸਾ ਕੁਝ ਨਹੀਂ ਕਹਿਣਾ, ਕਿਉਂਕਿ ਚਰਨਜੀਤ ਵਰਗੇ ਜ਼ਿੰਦਾ ਦਿਲ ਇਨਸਾਨ ਨੂੰ ਇਹ ਕਹਿਣਾ ਬਿਲਕੁਲ ਬੇਕਾਰ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਚਰਨਜੀਤ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿ ਕੇ ਜੀਣ ਵਾਲਾ ਇਨਸਾਨ ਹੈ। ਸੋ ਸਹੇਲੀ, ਤੈਨੂੰ ਇੱਕ ਵਾਰੀ ਫੇਰ ਰਿਟਾਇਰਮੈਂਟ ਦੀਆਂ ਬਹੁਤ ਬਹੁਤ ਸ਼ੁਭ ਇਛਾਵਾਂ, ਤੇਰੀ ਸਹੇਲੀ ਤੇ ਤੇਰੀ ਛੋਟੀ ਭੈਣ ਵੱਲੋਂ। ਖਾਲਸਾ ਕਾਲਜ ਪਟਿਆਲਾ ਵਿੱਚ 10 ਸਾਲ ਦੀ ਨੌਕਰੀ ਪਿੱਛੋਂ ਸਾਲ 2011 ਵਿੱਚ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਨਿਯੁਕਤ ਹੋਈ ਅਤੇ ਬਾਅਦ ਵਿੱਚ ਪ੍ਰੋਫੈਸਰ ਵਜੋਂ ਪਦ ਉੱਨਤ ਹੋਈ। ਇੱਥੇ ਉਸਨੇ ਦਰਜਨਾਂ ਵਿਦਿਆਰਥੀਆਂ ਨੂੰ ਐਮਫਿਲ PhD ਕਰਵਾਈ। ਕਹਿੰਦੇ ਨੇ ਕਿ ਗੁਰੂ ਦਾ ਦਰਜਾ ਮਾਂ ਤੋਂ ਮਗਰੋਂ ਹੁੰਦਾ ਹੈ, ਪਰ ਮੈਨੂੰ ਲੱਗਦਾ ਕਿ ਮੈਮ ਦਾ ਦਰਜਾ ਮੇਰੇ ਮਾਂ ਦੇ ਬਰਾਬਰ ਦਾ ਹੀ ਹੈ, ਕਿਉਂਕਿ ਜਦੋਂ ਵੀ ਮੈਮ ਦੀ ਕਾਲ ਆਉਂਦੀ ਹੈ ਤਾਂ ਅਕਸਰ ਹੀ ਸਾਡੇ ਕੰਮ ਤੋਂ ਪਹਿਲਾਂ ਸਾਡੀ ਮੈਮ ਖੈਰੀਅਤ ਪੁੱਛਦੇ ਨੇ। ਮੈਨੂੰ ਯਾਦ ਹੈ 2012 ਦੇ ਵਿੱਚ ਮੈਂ PhD ਲਈ ਪਟਿਆਲੇ ਗਈ ਸੀ ਅਤੇ ਜਦੋਂ ਮੈਮ ਮੈਨੂੰ ਮਿਲੇ ਐਜ਼ ਅ ਗਾਈਡ, ਮੈਨੂੰ ਬਹੁਤ ਖੁਸ਼ੀ ਹੋਈ। ਅਤੇ ਅੱਜ ਮੈਂ ਮੇਰੇ ਖਿਆਲ 'ਚ ਇਸ ਮੁਕਾਮ ਦੇ ਵਿੱਚ ਪਹੁੰਚ ਕੇ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਜਿਹੜਾ ਇਹ ਫੈਸਲਾ ਸੀ ਇਹ ਬਹੁਤ ਅਹਿਮ ਅਤੇ ਵਧੀਆ ਸਾਬਤ ਹੋਇਆ। ਮੈਮ ਨੇ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੇਰੇ ਸੰਸਾਰ ਦੇਖਣ ਦਾ ਨਜ਼ਰੀਆ ਬਦਲਿਆ ਹੈ। ਅਕਸਰ ਹੀ ਸਾਡੇ ਪੰਜਾਬੀ ਵਿਭਾਗ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਮੈਂ ਲੈਕਚਰਾਰ ਹਾਂ। ਜਦੋਂ ਵੀ ਸੈਮੀਨਾਰ ਹੁੰਦੇ ਨੇ ਤਾਂ ਮੈਂ ਜਦੋਂ ਵੀ ਆਪਣੇ ਵਿਚਾਰ ਰੱਖਦੀ ਹਾਂ, ਜਦੋਂ ਮੈਨੂੰ ਪ੍ਰਸ਼ੰਸਾ ਮਿਲਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਵਿਚਾਰ ਉਹ ਮੇਰੇ ਨਹੀਂ, ਮੇਰੇ ਮੈਮ ਦੇ ਬੋਲਦੇ ਨੇ। ਅਤੇ ਜਿੰਨੀ ਮੈਂ ਡਿਪਾਰਟਮੈਂਟ ਦੇ ਵਿੱਚ ਮੈਮ ਨੂੰ ਬਿਜ਼ੀ ਦੇਖਿਆ ਗਾ, ਹਮੇਸ਼ਾ ਕਿਸੇ ਨਾ ਕਿਸੇ ਖੋਜ ਕਾਰਜ ਵਿੱਚ ਲੱਗੇ ਰਹਿੰਦੇ ਸੀ। ਉਹਨਾਂ ਦੇ ਅੰਦਰ ਕੰਮ ਕਰਨ ਦਾ ਬਹੁਤ ਜ਼ਿਆਦਾ ਪੈਸ਼ਨ ਆ, ਬਹੁਤ ਡੈਡੀਕੇਸ਼ਨ ਆ, ਅਤੇ ਮੈਡਮ ਬਹੁਤ ਜ਼ਿਆਦਾ ਮਿਹਨਤੀ ਨੇ। ਅਤੇ ਜਦੋਂ ਵੀ ਅਸੀਂ ਆਪਣਾ ਕੰਮ ਜਾਂ ਖੋਜ ਪੇਪਰ ਲੈ ਕੇ ਜਾਂਦੇ, ਅਕਸਰ ਹੀ ਲੱਗਦਾ ਕਿ ਮੈਮ ਨੇ ਇੱਕ ਵਾਰੀ ਇਹ ਤਾਂ ਚਲੋ ਕਹਿਤਾ ਵੀ ਦੁਬਾਰਾ ਬਣਾ ਕੇ ਲੈ ਕੇ ਆਓ, ਜਦੋਂ ਫੇਰ ਲੈ ਕੇ ਜਾਣਾ ਤਾਂ ਇਹ ਲੱਗਣਾ ਵੀ ਹੁਣ ਤਾਂ ਮੈਮ ਪਾਸ ਕਰ ਦੇਣਗੇ, ਹੁਣ ਨਹੀਂ ਕੋਈ ਗਲਤੀ ਨਿਕਲਣੀ। ਤਾਂ ਅਕਸਰ ਹੀ ਇਸ ਤਰ੍ਹਾਂ ਹੋਣਾ ਕਿ ਮੈਮ ਨੇ ਕੁਛ ਉਹਦੇ ਵਿੱਚੋਂ ਨਵਾਂ ਲੱਭ ਦੇਣਾ, ਕੁਛ ਹੋਰ ਰਾਹ ਫੜਾ ਦੇਣਾ। ਤਾਂ ਬਾਅਦ ਦੇ ਵਿੱਚ ਸੋਚਣਾ ਕਿ ਸੱਚੀ ਮੈਮ ਸਾਡੇ ਤੋਂ ਵੀ ਮਿਹਨਤ ਦੀ ਆਸ ਕਰਦੇ ਨੇ, ਕਿਉਂਕਿ ਖੁਦ ਵੀ ਮੈਮ ਤੁਸੀਂ ਬਹੁਤ ਮਿਹਨਤੀ ਹੋ ਅਤੇ ਤੁਸੀਂ ਮੇਰੇ ਲਈ ਹਮੇਸ਼ਾ ਖਾਸ ਹੋ ਅਤੇ ਖਾਸ ਰਹੋਗੇ। ਕਿ ਮੇਰੀਆਂ ਮੈਨੂੰ ਲੱਗਦਾ ਦੋ ਮਾਵਾਂ ਨੇ। ਮੇਰੀ ਇੱਕ ਮਾਂ ਉਹ ਹੈ ਜਿਹਨੇ ਮੈਨੂੰ ਜਨਮ ਦਿੱਤਾ ਅਤੇ ਮੇਰੀ ਦੂਸਰੀ ਮਾਂ ਉਹ ਹੈ ਜਿਹਨੇ ਮੈਨੂੰ ਜ਼ਿੰਦਗੀ ਜਿਉਣਾ ਸਿਖਾਇਆ, ਅਤੇ ਉਹਨੇ ਮੈਡਮ ਚਰਨਜੀਤ ਕੌਰ। ਮੈਂ ਹਮੇਸ਼ਾ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਔਰਤਾਂ ਦੇਖੀਆਂ, ਆਪਣੀ ਮੰਮੀ, ਆਪਣੇ ਮਾਸੀ, ਚਾਚੀ, ਤਾਈ, ਆਪਣੀਆਂ ਨੌਕਰੀਸ਼ੁਦਾ ਭੈਣਾਂ, ਜਿਹੜੀਆਂ ਇੱਕ ਘੁਟਨ 'ਚ ਰਹਿੰਦੀਆਂ ਨੇ, ਇੱਕ ਦਬਾਅ 'ਚ ਰਹਿੰਦੀਆਂ ਨੇ। ਮੈਨੂੰ ਵੀ ਹਮੇਸ਼ਾ ਉਹਨਾਂ ਨੂੰ ਦੇਖ ਕੇ ਹੀ ਲੱਗਦਾ ਰਿਹਾ ਕਿ ਜੇ ਮੈਂ ਮੁੰਡਾ ਹੁੰਦੀ ਤਾਂ ਮੈਂ ਜ਼ਿੰਦਗੀ ਨੂੰ ਵੱਧ ਮਾਣਦੀ, ਵੱਧ ਖੁਸ਼ੀ ਨਾਲ ਰਹਿ ਸਕਦੀ ਸੀ, ਆਜ਼ਾਦੀ ਮਾਣ ਸਕਦੀ ਸੀ। ਪਰ ਜਦੋਂ ਦੀ ਮੈਂ ਮੈਡਮ ਚਰਨਜੀਤ ਕੌਰ ਜੀ ਨੂੰ ਮਿਲੀ ਹਾਂ, ਜਦੋਂ ਦਾ ਮੇਰਾ ਉਹਨਾਂ ਨਾਲ ਵਾਹ ਵਾਸਤਾ ਪਿਆ, ਉਹਨਾਂ ਦੇ ਜੀਵਨ ਢੰਗ, ਜੀਵਨ ਜਾਂਚ ਨੂੰ, ਜਦੋਂ ਦਾ ਮੈਂ ਉਹਨਾਂ ਦੇ ਜੀਵਨ ਦ੍ਰਿਸ਼ਟੀਕੋਣ ਨੂੰ ਦੇਖਿਆ, ਪਰਖਿਆ, ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਿ ਕੁੜੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਮੈਂ ਕੁੜੀ ਹੋਣਾ ਅਤੇ ਔਰਤ ਹੋਣਾ ਮਾਣ ਨਾਲ ਭਰਿਆ ਮਹਿਸੂਸ ਕਰਨ ਲੱਗੀ ਹਾਂ। ਅੱਜ ਮੈਂ ਖੁਦ ਇੱਕ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਜੌਬ ਕਰ ਰਹੀ ਹਾਂ। ਉਹਨਾਂ ਦਾ ਨਜ਼ਰੀਆ, ਉਹਨਾਂ ਦਾ ਨਾਰੀਵਾਦੀ ਦ੍ਰਿਸ਼ਟੀਕੋਣ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ। ਮੇਰੀਆਂ ਬਹੁਤ ਸਾਰੀਆਂ ਸਟੂਡੈਂਟਸ ਨੇ ਜਿਹੜੀਆਂ ਉਹਨਾਂ ਤੋਂ ਪ੍ਰਭਾਵਿਤ ਨੇ, ਉਹਨਾਂ ਨੂੰ ਮਿਲਣਾ ਚਾਹੁੰਦੀਆਂ ਨੇ, ਅਤੇ ਮੈਂ ਉਹਨਾਂ ਨਾਲ ਛੇਤੀ ਉਹਨਾਂ ਦੀ ਮੁਲਾਕਾਤ ਕਰਵਾਉਣਾ ਚਾਹੁੰਦੀ ਹਾਂ। ਉਹਨਾਂ ਦੀ ਨਾਰੀਵਾਦੀ ਦ੍ਰਿਸ਼ਟੀਕੋਣ ਉਹਨਾਂ ਦੇ ਲਿਖਣ ਪੜ੍ਹਨ ਦਾ ਵਿਸ਼ਾ ਨਹੀਂ ਹੈ, ਸਗੋਂ ਉਹਨਾਂ ਦੀ ਜ਼ਿੰਦਗੀ ਵਿੱਚ ਢਲਿਆ ਅਜਿਹਾ ਵਰਤਾਰਾ ਹੈ ਜਿਸ ਤੋਂ ਮੈਂ ਨਹੀਂ, ਮੇਰੇ ਵਰਗੀ ਹਰ ਸਟੂਡੈਂਟ ਪ੍ਰਭਾਵਿਤ ਹੈ। ਸਾਨੂੰ ਜ਼ਿੰਦਗੀ ਸਮਝ ਆਉਣ ਲੱਗ ਪਈ ਹੈ ਜਦੋਂ ਦੇ ਅਸੀਂ ਮੈਡਮ ਨਾਲ ਜੁੜੇ ਹਾਂ। ਅਤੇ ਉਹਨਾਂ ਨੇ ਔਰਤ ਹੋਣ ਦੀ ਜਿਹੜੀ ਇੱਕ ਜਾਗ ਸਾਨੂੰ ਲਗਾਈ ਹੈ, ਸ਼ਾਲਾ ਮੈਂ ਅਤੇ ਮੇਰੇ ਵਰਗੀਆਂ ਹੋਰ ਉਹਨਾਂ ਦੀਆਂ ਸਟੂਡੈਂਟਸ ਉਸ ਜਾਗ ਨੂੰ ਅੱਗੇ ਲੈ ਕੇ ਜਾਵਾਂਗੀਆਂ। ਜਿਹੜਾ ਵਿਸ਼ਾ, ਜਿਹੜਾ ਨਾਰੀਵਾਦੀ ਹੋਂਦ ਨਾਲ ਜੁੜੇ ਪ੍ਰਸ਼ਨ ਉਹਨਾਂ ਨੇ ਉਠਾਏ ਨੇ, ਉਹ ਮੈਨੂੰ ਲੱਗਦਾ ਹੈ ਮੈਂ ਅਤੇ ਮੇਰੇ ਵਰਗੀਆਂ ਬਹੁਤ ਸਾਰੀਆਂ ਸਟੂਡੈਂਟਸ ਆਪਣੀਆਂ ਵਿਦਿਆਰਥਣਾਂ ਨੂੰ ਉਸ ਜਾਗ ਤੱਕ, ਉਸ ਔਰਤ ਹੋਣ ਨਾਲ ਜੁੜੇ ਪ੍ਰਸ਼ਨਾਂ ਤੱਕ ਲੈ ਕੇ ਜਾਣਗੀਆਂ। ਸਕੂਲ ਕਾਲਜ ਦੇ ਵਿੱਚ ਮੈਂ ਕਈ ਅਧਿਆਪਕਾਂ ਤੋਂ ਪੜ੍ਹੀ ਜਿਨ੍ਹਾਂ ਨੇ ਮੈਨੂੰ ਪੜ੍ਹਨਾ ਸਿਖਾਇਆ, ਪਰ ਮੈਮ ਨੇ ਮੈਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਮੈਮ ਦਾ ਹਸਮੁਖ ਅਤੇ ਮਿਲਾਪੜਾ ਸੁਭਾਅ, ਉਹਨਾਂ ਦੀ ਜੀਵਨ ਜਾਚ, ਉਹਨਾਂ ਦਾ ਜੀਵਨ ਪ੍ਰਤੀ ਨਾਰੀਵਾਦੀ ਦ੍ਰਿਸ਼ਟੀਕੋਣ ਮੈਨੂੰ ਲਗਾਤਾਰ ਪ੍ਰਭਾਵਿਤ ਕਰਦਾ ਆਇਆ ਹੈ।
ਮੈਮ ਨੂੰ ਮਿਲਣ ਤੋਂ ਪਹਿਲਾਂ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਇੱਕ ਔਰਤ ਸੁਤੰਤਰ ਰੂਪ ਦੇ ਵਿੱਚ ਵਿਚਰ ਸਕਦੀ ਏ, ਕਿਉਂਕਿ ਮੈਂ ਆਪਣੇ ਆਸ-ਪਾਸ ਇੱਕ ਔਰਤ ਦੀ ਜ਼ਿੰਦਗੀ ਦੇ ਫੈਸਲੇ ਹਮੇਸ਼ਾ ਇੱਕ ਮਰਦ ਨੂੰ ਹੀ ਲੈਂਦੇ ਹੋਏ ਦੇਖਿਆ ਸੀ। ਪਰ ਜਦੋਂ ਮੈਂ ਮੈਮ ਨੂੰ ਸੁਤੰਤਰ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਫੈਸਲੇ ਲੈਂਦੇ ਹੋਏ ਆਪਣੇ ਤੇ ਦੂਜਿਆਂ ਦੇ ਹੱਕਾਂ ਲਈ ਲੜਦੇ ਹੋਏ ਦੇਖਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੈਨੂੰ ਤੇ ਮੇਰੇ ਨਾਲ ਦੇ ਦੂਸਰੇ ਸਟੂਡੈਂਟਸ ਨੂੰ ਜੇਕਰ ਦੂਜਿਆਂ ਲਈ ਨਹੀਂ ਤਾਂ ਘੱਟੋ ਘੱਟ ਆਪਣੇ ਹੱਕਾਂ ਦੇ ਲਈ ਜ਼ਰੂਰ ਲੜਨਾ ਚਾਹੀਦਾ ਹੈ। ਮੈਮ ਨੇ ਮੈਨੂੰ ਤੇ ਮੇਰੇ ਨਾਲ ਦੇ ਸਟੂਡੈਂਟਸ ਨੂੰ ਇੱਕ ਔਰਤ ਦੀ ਸੁਤੰਤਰ ਖੁਦਮੁਖਤਿਆਰ ਹੋਂਦ ਅਤੇ ਹਸਤੀ ਦਾ ਅਹਿਸਾਸ ਕਰਵਾਇਆ ਅਤੇ ਸਾਨੂੰ ਇਸ ਯੋਗ ਬਣਾਇਆ ਤੇ ਸਾਡੇ ਵਿੱਚ ਇੰਨਾ ਆਤਮ ਵਿਸ਼ਵਾਸ ਪੈਦਾ ਕੀਤਾ ਕਿ ਅਸੀਂ ਭਵਿੱਖ ਵਿੱਚ ਆਪਣੀ ਜ਼ਿੰਦਗੀ ਦੇ ਫੈਸਲੇ ਜ਼ਰੂਰ ਹੀ ਆਪ ਕਰਾਂਗੇ। ਤੇ ਮੈਂ ਇਸ ਲਈ ਮੈਮ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਸੋਚ ਨੂੰ ਝੰਜੋੜਿਆ ਤੇ ਸਾਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਰਾਹ ਵੀ ਦਿੱਤਾ। ਮੈਡਮ ਤੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਆਮ ਪੜ੍ਹਾਈ ਨਾਲ, ਜ਼ਿੰਦਗੀ ਨਾਲ ਰਿਲੇਟਡ। ਜਿਹੜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਆ ਉਹ ਇਹ ਹੈ ਕਿ ਹਮੇਸ਼ਾ ਜਿਗਿਆਸੂ ਵਾਲੀ ਜ਼ਿੰਦਗੀ ਜਿਓ ਅਤੇ ਹਮੇਸ਼ਾ ਪੋਜ਼ੀਟਿਵ ਰਹੋ। ਮੈਡਮ ਹਮੇਸ਼ਾ ਹੀ ਪੋਜ਼ੀਟਿਵ ਰਹਿੰਦੇ ਆ। ਮੈਡਮ ਦਾ ਫੇਸ ਅਤੇ ਮੈਡਮ ਦੀ ਸਮਾਈਲ ਜਿਹੜੀ ਹੈਗੀ ਆ ਮੈਨੂੰ ਹਮੇਸ਼ਾ ਪੋਜ਼ੀਟਿਵ ਕਰਦਾ। ਕਈ ਵਾਰੀ ਅਸੀਂ ਕਮਰੇ ਦੇ ਵਿੱਚ ਬੜੇ ਨੀਰਸ ਬੈਠੇ ਹੁੰਦੇ ਹਾਂ ਪਰ ਮੈਡਮ ਨੂੰ ਦੇਖ ਕੇ ਅਸੀਂ ਪੋਜ਼ੀਟਿਵ ਹੋ ਜਾਂਦੇ ਹਾਂ। ਤਾਂ ਮੈਡਮ ਦੀਆਂ ਇਹ ਜਿਹੜੀਆਂ ਛੋਟੀ ਛੋਟੀ ਕੁਆਲਿਟੀਆਂ ਨੇ ਇਹ ਮੈਨੂੰ ਲੱਗਦਾ ਨਹੀਂ ਕਿ ਕਿਸੇ ਹਰ ਇੱਕ ਇਨਸਾਨ 'ਚ ਹੁੰਦੀ ਹੈ। ਹਰ ਤੁਹਾਨੂੰ ਬੰਦਾ ਉਹ ਮਤਲਬ ਹਰ ਇੱਕ ਬੰਦੇ ਦਾ ਫੇਸ ਤੁਹਾਨੂੰ ਓਨਾ ਪੋਜ਼ੀਟਿਵ ਨਹੀਂ ਕਰ ਸਕਦਾ ਹੁੰਦਾ ਅਤੇ ਹਰ ਬੰਦੇ 'ਚ ਕੁਆਲਿਟੀ ਨਹੀਂ ਹੁੰਦੀ। ਇੱਕ ਮੈਡਮ ਦੀ ਜਿਹੜੀ ਹੋਰ ਗੱਲ ਹੈ ਜਿਹੜੀ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਕਿਸੇ ਕੰਮ 'ਚ ਅਸਫਲ ਹੋ ਜਾਂਦੇ ਹੋ, ਠੀਕ ਹੈ, ਤੁਸੀਂ ਮਤਲਬ ਜਾਂ ਬਹੁਤੇ ਡਰੇ ਹੁੰਦੇ ਹੋ। ਮੈਡਮ ਤੁਹਾਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੁੰਦੇ ਕਰਨ ਦਿੰਦੇ ਕਿ ਤੁਸੀਂ ਇਹ ਕੰਮ ਦੁਬਾਰਾ ਨਹੀਂ ਕਰ ਪਾਓਗੇ ਜਾਂ ਤੁਸੀਂ ਇਹ 'ਚ ਸਫਲ ਨਹੀਂ ਹੁੰਦਾ। ਮੈਡਮ ਕਹਿੰਦੇ ਕੋਈ ਗੱਲ ਨਹੀਂ, ਜੇ ਅੱਜ ਹੋਇਆ ਕੱਲ੍ਹ ਹੋ ਜਾਊਗਾ, ਇਹ ਕੰਮ ਨੇ ਹੋ ਹੀ ਜਾਣਾ। ਜੇ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਕੰਮ ਨੇ ਹੋ ਜਾਣਾ। ਉਹਦੇ ਵਿੱਚ ਮੈਡਮ ਦੀ ਇੱਕ ਜਿਹੜੀ ਲੋਕਧਾਰਾ ਨਾਲ ਰਿਲੇਟਡ ਦਾਰ ਹੈ। ਮੈਡਮ ਕਹਿੰਦੇ ਜਿਵੇਂ ਕੁੜੀਆਂ ਹੀਂਗ ਚੜਾਉਂਦੀਆਂ ਨੇ, ਜਦੋਂ ਕੁੜੀਆਂ ਹੀਂਗ ਚੜਾਉਂਦੀਆਂ ਨੇ ਤਾਂ ਉਹ ਇੱਕ ਪੱਤਾ ਤੋੜਦੀਆਂ, ਮਿੱਥ ਲੈਂਦੀਆਂ ਕਿ ਇਹ ਪੱਤਾ ਨਹੀਂ ਤੋੜਨਾ। ਉਸੇ ਤਰ੍ਹਾਂ ਹੀ ਜਿਵੇਂ ਆਪਾਂ ਜੇ ਕੋਈ ਕੰਮ ਉਹ ਇੱਕ ਹਲਾਰੇ ਨਾਲ ਜਾਂ ਦੂਜੇ ਹਲਾਰੇ ਨਾਲ ਜਾਂ ਤੀਜੇ ਹਲਾਰੇ ਨਾਲ ਉਹਨਾਂ ਨੇ ਹੀਂਗ ਚੜਾ ਲੈਣੀ ਹੁੰਦੀ ਹੈ ਅਤੇ ਪੱਤਾ ਤੋੜ ਹੀ ਲੈਣਾ ਹੁੰਦਾ। ਇਸ ਤਰ੍ਹਾਂ ਜੇ ਤੁਸੀਂ ਕਿਸੇ ਕੰਮ 'ਚ ਮਿਹਨਤ ਕਰ ਰਹੇ ਹੋ, ਜੇ ਕਿਸੇ ਸ਼ਿੱਦਤ ਲਾ ਕੇ ਮਿਹਨਤ ਕਰ ਰਹੇ ਹੋ ਤਾਂ ਤੁਸੀਂ ਉਹ ਕੰਮ ਕਰ ਲੈਣਾ, ਤੁਸੀਂ ਉਹ ਕੰਮ 'ਚ ਸਫਲ ਹੋ ਹੀ ਜਾਣਾ। ਚਰਨਜੀਤ ਮੈਮ ਜਿੰਨਾ ਖੂਬਸੂਰਤ ਉਹ ਬਾਹਰੀ ਦਿਖ ਤੋਂ ਹਨ, ਉਸ ਤੋਂ ਵੀ ਕਿਤੇ ਜ਼ਿਆਦਾ ਖੂਬਸੂਰਤ ਹੈ ਉਹਨਾਂ ਦਾ ਸੁਭਾਅ। ਜਦੋਂ ਮੈਨੂੰ ਮੈਮ ਨੇ ਦੱਸਿਆ ਕਿ ਮੈਂ 30 ਜੂਨ ਨੂੰ ਰਿਟਾਇਰ ਹੋ ਰਹੀ ਹਾਂ ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਮੇਰੇ ਮੂੰਹੋਂ ਨਿਕਲੀ ਉਹ ਸੀ, ਮੈਮ ਤੁਸੀਂ ਰਿਟਾਇਰ ਵੀ ਹੋ ਰਹੇ ਹੋ। ਤੇ ਇਹ ਸ਼ਬਦ ਅਚਨਚੇਤ ਮੂੰਹੋਂ ਨਿਕਲਣ ਦੇ ਦੋ ਕਾਰਨ ਸਨ। ਪਹਿਲਾ ਕਾਰਨ ਕਿ ਚਰਨਜੀਤ ਮੈਮ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉਹ ਰਿਟਾਇਰ ਹੋਣ ਵਾਲੇ ਹਨ, ਅਤੇ ਦੂਸਰਾ ਕਾਰਨ ਰਿਟਾਇਰਮੈਂਟ ਸ਼ਬਦ ਆਪਣੇ ਆਪ ਵਿੱਚ ਹੀ ਸਾਡੇ ਮਨ ਵਿੱਚ ਇੱਕ ਦੂਰੀ ਦਾ ਅਹਿਸਾਸ, ਇੱਕ ਵਿਛੋੜੇ ਦਾ ਅਹਿਸਾਸ ਲੈ ਕੇ ਆਉਂਦਾ ਹੈ। ਤੇ ਚਰਨਜੀਤ ਮੈਮ ਤੋਂ ਦੂਰ ਹੋਣ ਦਾ ਅਹਿਸਾਸ ਬਿਲਕੁਲ ਵਧੀਆ ਜਿਹਾ ਨਹੀਂ ਲੱਗਿਆ। ਭਾਵੇਂ ਕਿ ਸਾਨੂੰ ਪਤਾ ਹੈ ਕਿ ਚਰਨਜੀਤ ਮੈਮ ਦਾ ਘਰ ਸਾਡੇ ਲਈ ਹਮੇਸ਼ਾ ਖੁੱਲ੍ਹਾ ਹੈ, ਅਸੀਂ ਜਦੋਂ ਚਾਹੀਏ ਮੈਮ ਕੋਲ ਜਾ ਸਕਦੇ ਹਾਂ, ਉਹਨਾਂ ਨੂੰ ਮਿਲ ਸਕਦੇ ਹਾਂ। ਮੈਮ ਦੇ ਘਰ ਜਾ ਕੇ ਕਦੇ ਵੀ ਇਸ ਤਰ੍ਹਾਂ ਅਹਿਸਾਸ ਨਹੀਂ ਹੋਇਆ ਕਿ ਅਸੀਂ ਸਿਰਫ ਤੇ ਸਿਰਫ ਇੱਕ ਅਧਿਆਪਕ ਦੇ ਘਰ ਆਏ ਹਾਂ, ਬਲਕਿ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਆਪਣੀ ਮਾਂ ਦੇ ਕੋਲ ਆਏ ਹਾਂ। ਜਿੰਨੇ ਨਿੱਘ ਨਾਲ ਮੈਮ ਸਾਡਾ ਸਵਾਗਤ ਕਰਦੇ ਹਨ, ਸਾਡੀ ਪ੍ਰਾਹੁਣਾਚਾਰੀ ਕਰਦੇ ਹਨ ਤਾਂ ਬਿਲਕੁਲ ਪ੍ਰਾਹੁਣਿਆਂ ਵਾਲੀ ਹੀ ਫੀਲਿੰਗ ਆਉਂਦੀ ਹੈ। ਮੈਮ ਜਿੰਨੀ ਕੁੱਟ ਕੇ ਨਿੱਘੀ ਗਲਵਕੜੀ ਪਾਉਂਦੇ ਹਨ ਤਾਂ ਮੇਰੇ ਵਰਗੀ ਪਿਆਰ ਦੀ ਭੁੱਖੀ ਕੁੜੀ ਤਾਂ ਸਰਸ਼ਾਰ ਹੋ ਜਾਂਦੀ ਹੈ। ਸੱਚੀ ਮੈਮ ਤੁਹਾਡੇ ਤੋਂ ਮੈਨੂੰ ਹਮੇਸ਼ਾ ਇੱਕ ਮਾਂ ਵਾਲਾ ਹੀ ਅਹਿਸਾਸ ਹੋਇਆ ਹੈ। ਮੈਮ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਮੈਮ ਨੇ ਆਪਣੀਆਂ ਕਿਤਾਬਾਂ ਰਾਹੀਂ ਅਤੇ ਆਪਣੇ ਵਿਚਾਰਾਂ ਰਾਹੀਂ ਔਰਤਾਂ ਦੀ ਜ਼ਿੰਦਗੀ ਦੇ ਪੰਨੇ ਫੋਲੇ ਹਨ। ਮੈਮ ਨਾਲ ਇੱਕ ਸਧਾਰਨ ਜੀ ਗੱਲ ਕਰਦੇ ਹੋਏ ਵੀ ਤੁਹਾਨੂੰ ਨਾਰੀਵਾਦ ਦੇ ਅਰਥਾਂ ਬਾਰੇ ਅਹਿਸਾਸ ਹੁੰਦਾ ਰਹਿੰਦਾ ਹੈ। ਤੁਹਾਨੂੰ ਪਤਾ ਲੱਗਦਾ ਹੈ ਕਿ ਅਸਲੀ ਨਾਰੀਵਾਦ ਉਹ ਨਹੀਂ ਜੋ ਕਿ ਅਕਸਰ ਕਿਹਾ ਜਾਂਦਾ ਹੈ, ਬਲਕਿ ਅਸਲੀ ਨਾਰੀਵਾਦ ਉਹ ਹੈ ਜਿਹੜਾ ਕਿ ਮਰਦ ਨਾਲ ਬਰਾਬਰੀ ਤੇ ਉਸਰਦਾ ਹੈ, ਨਾ ਕਿ ਮਰਦ ਦੀ ਵਿਰੋਧਤਾ ਵਿੱਚ। ਤੇ ਮੈਨੂੰ ਲੱਗਦਾ ਹੈ ਕਿ ਇਸ ਸਭ ਵਿੱਚ ਰਜਿੰਦਰਪਾਲ ਬਰਾੜ ਸਰ ਜੀ ਦਾ ਵੀ ਬਹੁਤ ਯੋਗਦਾਨ ਹੈ। ਮੈਮ ਅਤੇ ਬਰਾੜ ਸਰ ਦੋਨੋਂ ਇੱਕ ਪਰਫੈਕਟ ਕਪਲ ਲੱਗਦੇ ਹਨ, ਜਿਹੜੇ ਕਿ ਹਰ ਪੱਧਰ ਉੱਤੇ ਬਰਾਬਰੀ, ਪਿਆਰ ਅਤੇ ਸਤਿਕਾਰ ਨਾਲ ਵਿਚਰਦੇ ਹੋਏ ਮੈਂ ਉਹਨਾਂ ਨੂੰ ਹਮੇਸ਼ਾ ਦੇਖਿਆ ਹੈ। ਇਸ ਤੋਂ ਇਲਾਵਾ ਮੈਂ ਅੰਤ ਵਿੱਚ ਇਹੀ ਕਹਾਂਗੀ ਕਿ ਮੈਮ ਆਪਣਾ ਪਿਆਰ ਸਾਡੇ ਸਿਰ ਤੇ ਹਮੇਸ਼ਾ ਇਸ ਤਰ੍ਹਾਂ ਹੀ ਬਣਾਈ ਰੱਖਿਓ। ਜੇ ਕਦੇ ਤੁਹਾਨੂੰ ਸਾਡੇ ਤੇ ਕੋਈ ਗੁੱਸਾ ਵੀ ਹੋਵੇ ਤਾਂ ਸਾਡੇ ਕੰਨ ਪੱਟ ਲਿਓ, ਪਰ ਸਾਡੇ ਨਾਲ ਨਾਰਾਜ਼ ਨਾ ਹੋਇਓ। ਅਧਿਆਪਨ, ਰਚਨਾ ਤੇ ਮੁਲਾਜ਼ਮ ਸੰਘਰਸ਼ ਤੋਂ ਇਲਾਵਾ ਚਰਨਜੀਤ ਨੇ ਅਦਾਕਾਰੀ ਦੇ ਖੇਤਰ ਵਿੱਚ ਵੀ ਚੰਗੀ ਪਛਾਣ ਬਣਾਈ। ਰਾਜਿੰਦਰਪਾਲ ਦੀ ਲਿਖੀ ਟੈਲੀਫਿਲਮ ਓਲਾ ਵਿੱਚ ਉਸਨੇ ਰਮਾ ਵਿਜ ਦੇ ਆਪੋਜ਼ਿਟ ਰੋਲ ਕੀਤਾ।
ਭੈਣ ਜੀ ਮੈਨੂੰ ਕਹਿ ਦਿੰਦੇ, ਮੈਂ ਵੇਲੀ ਬੈਠੀ ਕੀ ਕਰਦੀ ਸੀ। ਚੱਲ ਕੋਈ ਨਹੀਂ, ਧੋਤੇ ਗਏ ਬਸ ਹੁਣ ਤਾਂ। ਉਹਨਾਂ ਦੇ ਕੱਪੜੇ ਮੈਂ ਧੋ ਦਿੰਨੀ ਆ। ਤੂੰ ਆਰਾਮ ਕਰ, ਮੈਂ ਚੰਗੀ ਨਹੀਂ ਲੱਗਦੀ ਤੇ ਇੱਥੋਂ ਕੰਮ ਕਰਾਉਂਦੀ ਨਵੀਂ ਨਵੇਲੀ ਤੋਂ। ਤੇਰੇ ਹੱਥਾਂ ਦੀ ਤਾਂ ਅਜੇ ਮਹਿੰਦੀ ਨਹੀਂ ਲੱਥੀ। ਮੇਰੇ ਹੱਥਾਂ ਨੂੰ ਤਾਂ ਮਹਿੰਦੀ ਚੜਦੀ ਨਹੀਂ ਭੈਣ ਜੀ। ਲਿਆਓ ਉਹਨਾਂ ਦਾ ਇਹ ਕੁੱਤਾ ਮੈਂ ਧੋ ਦਿੰਨੀ ਆ। ਬਸ ਧੋਤਾ ਗਿਆ। ਲਿਆਓ ਮੈਨੂੰ ਜੋੜ ਕੇ ਸੁੱਕਨੇ ਪਾ ਦੋ। ਲਿਆਓ ਕੁੜੇ, ਮੇਰੇ ਨਿਚੋੜੇ ਦਾ ਕੀ ਨਿਚੋੜੇਂਗੀ? ਐਂ ਛੰਡ ਕੇ ਸੁੱਕਣਾ ਪਾ ਦੇ। ਕੀ ਗੱਲ, ਬੜੇ ਚੰਬਲੇ ਸੀ ਦੋਵੇਂ ਭਾਈ? ਆ ਤੇਰਾ ਲਾਡਲਾ ਦਿਓਰ ਹੈ ਨਾ ਛਿੰਦਾ, ਵਿਗੜਦਾ ਜਾਂਦਾ ਦਿਨੋਂ ਦਿਨ। ਛਿੰਦਾ ਕਹਿੰਦੇ ਹੀ ਲਾਡਲੇ ਨੂੰ ਹੈ। ਲਾਡਲਾ ਜਿਹਨੂੰ ਵੀ ਰੱਖੋ ਵਿਗੜ ਤਾਂ ਜਾਂਦਾ ਹੀ ਹੈ। ਉਹ ਕੌਣ ਵਿਗੜਿਆ? ਤੂੰ, ਹੋਰ ਕੌਣ? ਮੈਂ। ਉਹ ਜਤੀ ਸਤੀ ਸਿੰਦੇ ਭਲਵਾਨ ਤੇ ਦੋਸਤ ਸ਼ੋਭਾ ਨਹੀਂ ਦਿੰਦੇ ਭਾਬੀ ਜੀ। ਹੈ ਵਿਗੜਿਆ? ਲੈ ਰੋਟੀ ਖਾ। ਬਈ ਬਾਈ ਦੇ ਖੇਤ ਆਉਣ ਦੇ ਦੋ ਫਾਇਦੇ ਹੁੰਦੇ ਆ। ਇੱਕ ਤਾਂ ਰੋਟੀ ਆਉਂਦੀ ਬੜੀ ਟਾਈਮ ਨਾਲ ਆ, ਦੂਜਾ ਰੋਟੀ ਆਉਂਦੀ ਬੜੇ ਪਿਆਰ ਨਾਲ ਆ। ਐਂ ਹੈ ਭਾਬੀ ਮੂਲੀ। ਓਏ ਭਾਬੀ ਮੂਲੀ ਹੈ? ਨਹੀਂ, ਭਾਬੀ ਤਾਂ ਬੜੀ ਕੋਲੀ ਆ। ਕੋਲੀ ਹੋਊਗੀ ਮੂਲੀ, ਭਾਬੀ ਤਾਂ ਮਿਰਚ ਵਰਗੀ ਹੈ। ਲੈ ਲੈ, ਹੋਰ ਖਾ, ਹੋਰ ਖਾ, ਹੋਰ ਖਾ। ਪ੍ਰਭਸ਼ਰਨ ਕੌਰ ਵੱਲੋਂ ਬਣਾਈ ਫਿਲਮ ਸੰਧਾਰਾ ਵਿੱਚ ਚਰਨਜੀਤ ਨੇ ਚਰਿੱਤਰ ਰੋਲ ਕੀਤਾ ਤੇ ਦੂਰਦਰਸ਼ਨ ਦੇ ਪ੍ਰੋਗਰਾਮ ਸੰਦਲੀ ਪੈੜਾਂ ਵਿੱਚ ਵੀ ਭਾਗ ਲਿਆ। ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵੱਲੋਂ ਬਣਾਈ ਫਿਲਮ ਅੱਡਾ ਖੱਡਾ ਵਿੱਚ ਵੀ ਕੰਮ ਕੀਤਾ। ਦੀਪੀ ਪੁੱਤ, ਮਟਿਆਰ ਹੋ ਗਈ। ਆ ਪੜ੍ਹ ਲਿਖ ਕੇ ਵੀ ਨਾ ਜਵਾਕੜੀਆਂ ਨਾਲ ਪੀਚੋ ਖੇਡਣ ਦੀ ਆਦਤ ਨਾ ਗਈ। ਦੀਪੀ ਪੁੱਤ, ਨਹੀਂ ਨਹੀਂ ਮੰਮਾ, ਰੋਣਾ ਨਹੀਂ। ਦੀਪੀ ਭੈਣ ਕਹਿੰਦੀ ਸੀ ਇਹਨੂੰ ਪੜ੍ਹੀ, ਇਹਦੇ 'ਚ ਲਿਖਿਆ ਜਾਣ ਲਈ ਲੜਨਾ ਪੈਂਦਾ। ਤੈਨੂੰ ਇਹੋ ਜਿਹੀਆਂ ਗੱਲਾਂ ਕੌਣ ਦੱਸਦਾ ਪੁੱਤ? ਪਾ ਸ਼ੰਕਰ, ਮੈਂ ਉਹਦੀ ਕਿਤਾਬ ਪੜ੍ਹਦੀ ਸੀ। ਇਉਂ ਲੜਕੇ ਦੀਪੀ ਕਿਵੇਂ ਵਾਪਸ ਆਜੂ ਪੁੱਤ? ਦੀਪੀ ਭੈਣ ਕਹਿੰਦੀ ਸੀ ਜੇ ਲੜੇਂਗੀ ਤਾਂ ਹੀ ਜੀ ਸਕੇਂਗੀ। ਹਾਂ ਪੁੱਤ, ਮੈਂ ਆਪਣੀ ਇੱਕ ਧੀ ਆਪਣੀ ਨਾ ਸਮਝੀ ਚੋਂ ਗਵਾ ਬੈਠੀ, ਹੁਣ ਦੂਜੀ ਨਹੀਂ ਖਵਾਵਾਂਗੀ ਪੁੱਤ। ਨਹੀਂ ਖਵਾਵਾਂਗੀ। ਦੀਪੀ ਠੀਕ ਹੀ ਆਂਦੀ ਸੀ ਕਿ ਜਿਉਣ ਦਾ ਹੱਕ ਵੀ
ਕੇ ਲੈਣਾ ਪੈਂਦਾ। ਹੁਣ ਮੈਂ ਤੇਰੇ ਲਈ ਲੜਾਂਗੀ ਧੀਏ, ਆਪਾਂ ਲੜਾਂਗੀਆਂ, ਆਪਾਂ ਲੜਾਂਗੀਆਂ ਧੀਏ, ਆਪਾਂ ਲੜਾਂਗੀਆਂ। ਵੈਬ ਸੀਰੀਅਲ ਕਸੂਤੀ ਡਿਗਰੀ ਵਿੱਚ ਵੀ ਰੋਲ ਨਿਭਾਇਆ। ਬਾਕੀ ਮੇਰਾ ਖੁਦ ਦਾ ਐਕਸਪੀਰੀਅੰਸ ਇਹ ਰਿਹਾ ਕਿ ਮੈਨੂੰ ਪਹਿਲਾਂ ਇਹ ਸੀ ਵੀ ਮੈਡਮ ਸਿਰਫ ਇੱਕ ਅਧਿਆਪਕ ਨੇ, ਟੀਚਰ ਹੀ ਨੇ, ਪਰ ਜਦੋਂ ਸਾਡੇ ਨਾਲ ਵੈਬ ਸੀਰੀਜ਼ ਯਾਰ ਜਿਗਰੀ ਕਸੂਤੀ ਡਿਗਰੀ 'ਚ ਉਹਨਾਂ ਨੇ ਕੰਮ ਕੀਤਾ ਤਾਂ ਉਹਨਾਂ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ। ਮੈਨੂੰ ਪਤਾ ਲੱਗਿਆ ਉਹਨਾਂ 'ਚ ਅਦਾਕਾਰੀ ਦਾ ਵੀ ਇੱਕ ਗੁਣ ਹੈ। ਸੋ ਐਕਸਪੀਰੀਅੰਸ ਮੈਡਮ ਨੇ ਹਮੇਸ਼ਾ ਮੇਰੇ ਨਾਲ ਲਾਈਕ ਉਹਦਾ ਸਪੋਰਟਿਵ ਜਾਂ ਹਮੇਸ਼ਾ ਨੇਚਰ ਰੱਖਿਆ, ਵੀ ਮੈਨੂੰ ਸਪੋਰਟ ਕੀਤਾ। ਚਰਨਜੀਤ ਜਿੱਥੇ ਅਗਾਂਹ-ਵਧੂ ਕਰਮਚਾਰੀ ਆਗੂ, ਯੋਗ ਅਧਿਆਪਕ, ਨਾਰੀ ਲੇਖਕਾ ਤੇ ਸਟੇਜਾਂ ਤੇ ਨਾਰੀ ਚੇਤਨਾ ਬਾਰੇ ਵਧੀਆ ਬੁਲਾਰਾ ਹੋਣ ਦੇ ਨਾਲ-ਨਾਲ ਘਰ ਵਿੱਚ ਬਹੁਤ ਵਧੀਆ ਸੁਆਣੀ ਵੀ ਸਾਬਤ ਹੋਈ। ਆਪਣੀਆਂ ਦੋਵੇਂ ਬੇਟੀਆਂ ਸੈਪਲ ਤੇ ਪੈਟਲ ਨੂੰ ਚੰਗਾ ਪੜ੍ਹਾ ਲਿਖਾ ਕੇ ਅਜੋਕੇ ਮੁਕਾਮ ਤੇ ਪਹੁੰਚਾਇਆ। ਵੱਡੀ ਬੇਟੀ ਫਾਰਮੇਸੀ ਵਿੱਚ PhD ਕਰ ਚੁੱਕੀ ਹੈ ਤੇ ਛੋਟੀ ਮੈਨੇਜਮੈਂਟ ਵਿੱਚ ਕਰ ਰਹੀ ਹੈ। ਵੈਸੇ ਤਾਂ ਆਪਣੀ ਮਾਂ ਹਰ ਕਿਸੇ ਨੂੰ ਸਭ ਤੋਂ ਸੋਹਣੀ, ਸਭ ਤੋਂ ਚੰਗੀ, ਸਭ ਤੋਂ ਪਿਆਰੀ, ਸਭ ਤੋਂ ਸਮਝਦਾਰ ਲੱਗਦੀ ਹੈ। ਮੈਂ ਵੀ ਉਨਾ ਹੀ ਲੋਕਾਂ 'ਚੋਂ ਹਾਂ। ਮੈਨੂੰ ਵੀ ਆਪਣੀ ਮਾਂ ਸਭ ਤੋਂ ਸੋਹਣੀ, ਸਭ ਤੋਂ ਚੰਗੀ, ਸਭ ਤੋਂ ਪਿਆਰੀ ਲੱਗਦੀ ਹੈ। ਪਰ ਇੱਕ ਗੱਲ ਹੈ, ਸਾਰੇ ਲੋਕ ਕਹਿੰਦੇ ਹੈ ਕਿ ਮੇਰੀ ਮਾਂ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੈ। ਅਤੇ ਅੱਜ ਮੈਂ ਤੁਹਾਨੂੰ ਸਿਰਫ ਇੱਕ ਕਿੱਸਾ ਸੁਣਾਉਂਗੀ ਆਪਣੇ ਬਚਪਨ ਦਾ, ਜਿਸ ਨਾਲ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੇਰੀ ਮਾਂ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਨਹੀਂ ਕਰਦੀ। ਮੇਰਾ ਇੱਕ ਬਹੁਤ ਹੀ ਪਿਆਰਾ ਦੋਸਤ ਸੀ ਜੋ ਅਕਸਰ ਸਾਡੇ ਘਰ ਆਉਂਦਾ ਸੀਗਾ, ਅਤੇ ਅਸੀਂ ਕਰੀਬ 6 ਜਾਂ 7 ਸਾਲ ਦੇ ਹੋਵਾਂਗੇ। ਅਤੇ ਜਦੋਂ ਵੀ ਉਹਨੇ ਘਰ ਆਉਣਾ ਤਾਂ ਮੈਂ ਰੋਟੀ ਖਾਣੀ, ਮੰਮੀ ਨੇ ਉਹਨੂੰ ਵੀ ਮੇਰੇ ਨਾਲ ਬਿਠਾ ਕੇ ਚਟਾਈ 'ਤੇ ਰੋਟੀ ਦੇ ਦੇਣੀ। ਮੈਂ ਦੁੱਧ ਪੀਣਾ, ਮੰਮੀ ਨੇ ਉਹਨੂੰ ਵੀ ਮੇਰੇ ਨਾਲ ਬਿਠਾ ਕੇ ਦੁੱਧ ਦੇ ਦੇਣਾ। ਮੈਂ ਕੋਈ ਆਈਸਕ੍ਰੀਮ ਖਾਣੀ, ਕੋਈ ਚੀਜ਼ ਖਾਣੀ, ਮੰਮੀ ਨੇ ਨਾਲ ਉਹਨੂੰ ਵੀ ਆਈਸਕ੍ਰੀਮ ਜਾਂ ਉਹ ਚੀਜ਼ ਦੇ ਦੇਣਾ। ਅਤੇ ਇੱਕ ਦਿਨ ਕੀ ਹੋਇਆ, ਨੇੜੇ ਨੇੜੇ ਘਰ ਸੀਗੇ, ਅਸੀਂ ਇੱਕ ਦੂਜੇ ਦੇ ਘਰ ਆਉਂਦੇ ਸੀਗੇ, ਮੈਂ ਉਸਦੇ ਘਰ ਚਲੀ ਗਈ। ਸਾਰੀਆਂ ਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਮੇਰੀ ਮੰਮੀ ਮੈਨੂੰ ਇੰਨਾ ਪਿਆਰ ਨਹੀਂ ਸੀ ਕਰਦੀ ਜਿੰਨੀ ਮੇਰੇ ਦੋਸਤ ਦੀ ਮਾਂ ਉਹਨੂੰ ਕਰਦੀ ਸੀ। ਉਹਦਾ ਕਾਰਨ ਕੀ ਸੀ? ਉਹਦੀ ਮੰਮੀ ਅੰਡੇ ਉਬਾਲ ਕੇ ਲੈ ਕੇ ਆਈ। ਉਹਨੇ ਇੱਕ ਪਲੇਟ ਦੇ ਵਿੱਚ ਘੱਟੋ ਘੱਟ 10-12 ਅੰਡੇ ਹੋਣਗੇ, ਕੱਟੇ ਹੋਏ ਪੀਸ ਹੋਣਗੇ 10-12। ਉਹਨੇ ਇੱਕ ਪੀਸ ਮੈਨੂੰ ਦਿੱਤਾ ਅਤੇ ਕਿਹਾ ਬੇਟਾ ਤੂੰ ਬਾਹਰ ਜਾ ਕੇ ਖਾ ਲਾ, ਇਹਨੇ ਅੰਡੇ ਖਾਣੇ ਨੇ। ਮੈਂ ਬਾਹਰ ਆ ਗਈ, ਮੈਨੂੰ ਲੱਗਿਆ ਕਿ ਇਹ ਗਲਤ ਹੈ, ਪਰ ਉਦੋਂ ਮੇਰੇ ਬਾਲ ਮਨ ਨੂੰ ਇਹ ਨਹੀਂ ਸੀ ਪਤਾ ਕਿ ਇਹ ਗਲਤ ਕਿਉਂ ਹੈ। ਮੈਨੂੰ ਇਹ ਲੱਗਿਆ ਵੀ ਇਹ ਗਲਤ ਤਾਂ ਹੈ ਕਿ ਮੇਰੀ ਮੰਮੀ ਤਾਂ ਇਹ ਨਹੀਂ ਕਰਦੀ। ਤਾਂ ਉਸ ਟਾਈਮ ਮੇਰੇ ਮਨ 'ਚ ਇਹ ਬਣ ਗਿਆ ਕਿ ਮੇਰੇ ਦੋਸਤ ਦੀ ਮੰਮੀ ਉਹਨੂੰ ਬਹੁਤ ਪਿਆਰ ਕਰਦੀ ਹੈ, ਜਦ ਕਿ ਮੇਰੀ ਮੰਮੀ ਮੈਨੂੰ ਇੰਨਾ ਪਿਆਰ ਨਹੀਂ ਕਰਦੀ, ਕਿਉਂਕਿ ਉਹ ਮੈਨੂੰ ਅਤੇ ਮੇਰੇ ਦੋਸਤ ਨੂੰ ਇੱਕੋ ਜਿਹਾ ਟਰੀਟ ਕਰਦੀ ਹੈ, ਜਦ ਕਿ ਮੇਰੇ ਦੋਸਤ ਦੀ ਮੰਮੀ ਉਸ ਨੂੰ ਜ਼ਿਆਦਾ ਪਿਆਰ ਕਰਦੀ ਹੈ, ਇਸ ਲਈ ਉਹ ਉਹਨੂੰ ਮੇਰੇ ਤੋਂ ਬੈਟਰ ਟਰੀਟ ਕਰਦੀ ਹੈ। ਬਾਲ ਮਨ ਦੇ ਵਿੱਚ ਇਹ ਗੁੰਝਲ ਬਹੁਤ ਛੇਤੀ ਬਣ ਜਾਂਦੀ ਹੈ, ਪਰ ਇਹ ਗੁੰਝਲ ਬਣਨ ਤੋਂ ਪਹਿਲਾਂ ਹੀ ਮੈਂ ਮੰਮੀ ਨਾਲ ਇਸ ਬਾਰੇ ਗੱਲ ਕੀਤੀ। ਤਾਂ ਮੰਮੀ ਨੇ ਮੈਨੂੰ ਸਮਝਾਇਆ ਕਿ ਮੰਮੀ ਨੂੰ ਲੱਗਿਆ ਕਿ ਸ਼ਾਇਦ ਮੈਂ ਆ ਕੇ ਇਹ ਕਹੂੰਗੀ ਵੀ ਦੇਖਿਆ ਉਹਦੀ ਮੰਮੀ ਕਿੰਨੀ ਖਰਾਬ ਹੈ ਅਤੇ ਮੇਰੀ ਮੰਮੀ ਕਿੰਨੀ ਚੰਗੀ। ਪਰ ਜਦੋਂ ਮੈਂ ਇਹ ਕਿਹਾ ਕਿ ਉਹਦੀ ਮੰਮੀ ਤਾਂ ਕਿੰਨਾ ਪਿਆਰ ਕਰਦੀ ਹੈ ਅਤੇ ਮੇਰੀ ਮੰਮੀ ਪਿਆਰ ਨਹੀਂ ਕਰਦੀ, ਤਾਂ ਮੰਮੀ ਨੇ ਮੈਨੂੰ ਸਮਝਾਇਆ ਕਿ ਪਿਆਰ ਦਾ ਅਰਥ ਸਿਰਫ ਚੀਜ਼ ਵੰਡ ਕੇ ਕਿਸੇ ਨੂੰ ਵੱਧ ਘੱਟ ਦੇਣ ਦਾ ਨਹੀਂ ਹੁੰਦਾ। ਅਤੇ ਜੇ ਮੈਨੂੰ ਪਿਆਰ ਦੇ ਉਹ ਅਰਥ ਉਸ ਟਾਈਮ ਨਾ ਸਮਝਾਏ ਹੁੰਦੇ ਮੇਰੀ ਮਾਂ ਨੇ, ਤਾਂ ਸ਼ਾਇਦ ਹਮੇਸ਼ਾ ਹੀ ਮੇਰੇ ਅੰਦਰ ਇੱਕ ਮਟੀਰੀਅਲਿਸਟਿਕ ਪਿਆਰ ਦਾ ਅਰਥ ਬਣਿਆ ਰਹਿੰਦਾ। ਅਤੇ ਮੈਨੂੰ ਹਮੇਸ਼ਾ ਇਹੀ ਲੱਗਦਾ ਕਿ ਪਿਆਰ ਦਾ ਮਤਲਬ ਇਹੀ ਹੈ, ਜੇ ਤੁਸੀਂ ਵੰਡ ਕੇ ਕਿਸੇ ਨੂੰ ਚੀਜ਼ ਵੱਧ ਦੇ ਦਿੰਦੇ ਹੋ ਤਾਂ ਉਹਨੂੰ ਤੁਸੀਂ ਵੱਧ ਪਿਆਰ ਕਰਦੇ ਹੋ, ਜੇ ਕਿਸੇ ਨੂੰ ਵੰਡ ਕੇ ਚੀਜ਼ ਘੱਟ ਦੇ ਦਿੰਦੇ ਹੋ ਤਾਂ ਘੱਟ ਪਿਆਰ ਕਰਦੇ ਹੋ। ਤਾਂ ਪਿਆਰ ਦੇ ਸਹੀ ਅਰਥ ਕੀ ਨੇ, ਇਹ ਵਸਤਾਂ ਤੋਂ ਕਿਵੇਂ ਵੱਧ ਹੈ, ਇਹ ਚੀਜ਼ ਮੇਰੀ ਮਾਂ ਨੇ ਮੈਨੂੰ ਬਹੁਤ ਛੋਟੇ ਹੁੰਦੇ ਸਮਝਾਤੀ ਸੀ। ਹੋਰ ਵੀ ਬਹੁਤ ਚੀਜ਼ਾਂ ਸਮਝਾਈਆਂ, ਜਿਵੇਂ ਕਿ ਮੈਂ ਅਕਸਰ ਹੀ ਮੰਮੀ ਨੂੰ ਕਹਿੰਦੀ ਸੀ ਮੈਂ ਵੱਡੀ ਹੋ ਕੇ ਕੀ ਬਣਾ।
ਤਾਂ ਮੰਮੀ ਕਹਿੰਦੇ ਸੀ ਜੋ ਤੇਰਾ ਦਿਲ ਕਰੇ। ਤਾਂ ਮੈਂ ਹਮੇਸ਼ਾ ਕਹਿੰਦੀ ਸੀ ਵੀ ਮੰਮੀ ਨਹੀਂ, ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਬਣਾ। ਬਾਕੀ ਸਭ ਨੇ ਆਪਣੇ ਆਪਣੇ ਬੱਚਿਆਂ ਨੂੰ ਦੱਸਿਆ ਕਿ ਉਹ ਕੀ ਬਣ। ਤਾਂ ਮੰਮੀ ਮੈਨੂੰ ਕਹਿੰਦੇ ਸੀ ਕਿ ਇੱਕ ਚੰਗਾ ਇਨਸਾਨ। ਉਸ ਟਾਈਮ ਮੈਨੂੰ ਇਹ ਬਹੁਤ ਹੀ ਛੋਟੀ ਅਤੇ ਫਨੀ ਚੀਜ਼ ਲੱਗਦੀ ਸੀ। ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਮੰਮੀ ਮੇਰੇ ਨਾਲ ਮਜ਼ਾਕ ਕਰ ਰਹੇ ਨੇ, ਬਟ ਵੱਡੇ ਹੋ ਕੇ ਮੈਨੂੰ ਇਹਨਾਂ ਚੀਜ਼ਾਂ ਦੇ ਅਰਥ ਸਮਝ ਆਉਂਦੇ ਆ ਕਿ ਆਦਮੀ ਵਾਸਤੇ ਇੱਕ ਚੰਗਾ ਇਨਸਾਨ ਬਣਨਾ ਦੁਨੀਆ 'ਚ ਹੋਰ ਕੋਈ ਵੀ ਮੁਕਾਮ ਹਾਸਲ ਕਰਨ ਤੋਂ ਕਿਤੇ ਵੱਧ ਜ਼ਰੂਰੀ ਹੈ। ਅਤੇ ਮੈਨੂੰ ਲੱਗਦਾ ਹੈ ਕਿ ਜੋ ਵੀ ਮਾਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੀ ਹੈ ਉਹ ਅਸਲ 'ਚ ਇੱਕ ਸਹੀ ਦਿਸ਼ਾ ਵੱਲ ਬੱਚਿਆਂ ਨੂੰ ਲੈ ਕੇ ਜਾ ਰਹੀ ਹੈ। ਅਤੇ ਮੈਂ ਬਹੁਤ ਥੈਂਕਫੁਲ ਹਾਂ ਕਿ ਮੇਰੀ ਮਾਂ, ਮੈਂ ਐਸੀ ਮਾਂ ਤੋਂ ਇਹ ਸਿੱਖਿਆ ਹਾਸਲ ਕੀਤੀ। ਜਦੋਂ ਮੈਂ ਛੋਟੀ ਸੀ, ਜੇ ਤੇ ਮੈਨੂੰ ਕੋਈ ਪੁੱਛੇ ਕਿ ਤੂੰ ਵੱਡੀ ਹੋ ਕੇ ਕੀ ਬਣਨਾ ਚਾਹੇਂਗੀ, ਮੈਂ ਗੱਲ ਕਹਿੰਦੀ ਤਾਂ ਨਹੀਂ ਸੀ, ਪਰ ਮੈਂ ਆਪਣੇ ਮਨ 'ਚ ਹਮੇਸ਼ਾ ਸੋਚਦੀ ਸੀ ਕਿ ਮੈਂ ਵੱਡੇ ਹੋ ਕੇ ਆਪਣੀ ਮਾਂ ਵਰਗੀ ਬਣਨਾ ਚਾਹੂੰਗੀ। ਇਹ ਗੱਲ ਕਹਿਣ ਦਾ ਪਿੱਛੇ ਇਹ ਗੱਲ ਸੀ ਕਿ ਜਦ ਤੋਂ ਮੈਂ ਸੁਰਤ ਸੰਭਾਲੀ ਹੈ, ਉਸ ਟਾਈਮ ਮੰਮੀ ਯੂਨੀਵਰਸਿਟੀ ਦੇ ਨੋਨ ਟੀਚਿੰਗ ਵਿਭਾਗ ਵਿੱਚ ਨੌਕਰੀ ਕਰਦੇ ਸੀ ਅਤੇ ਉਹਨਾਂ ਦੀ ਜੋਬ ਟਾਈਮਿੰਗ 9 ਤੋਂ 5 ਹੁੰਦੀ ਸੀ, ਜੋ ਕਿ ਮੇਰੇ ਡੈਡੀ ਦੀ ਜੋਬ ਟਾਈਮਿੰਗ ਤੋਂ ਜ਼ਿਆਦਾ ਹੁੰਦੀ ਸੀ। ਡੈਡੀ ਜਲਦੀ ਆ ਜਾਂਦੇ ਸੀਗੇ, ਸਾਡੇ ਕੋਲ ਜ਼ਿਆਦਾ ਟਾਈਮ ਸਪੈਂਡ ਕਰਦੇ ਸੀ। ਮੰਮੀ 9 ਤੋਂ 5 ਜਾਂ ਕਈ ਵਾਰੀ 5:30 ਸਾਡੇ ਕੋਲ ਆਉਂਦੇ ਸੀ ਅਤੇ ਆ ਕੇ ਮੰਮੀ ਨੇ ਸਾਡੇ ਦੋਨਾਂ ਭੈਣਾਂ ਨਾਲ ਵੀ ਟਾਈਮ ਸਪੈਂਡ ਕਰਨਾ ਅਤੇ ਆਪਣੇ ਕੰਮ ਕਰ ਲੈਣੇ ਜਿਹੜੇ ਉਹਨਾਂ ਦੇ ਡੇਲੀ ਦੇ ਕੰਮ ਹੁੰਦੇ। ਅਤੇ ਮੈਂ ਦੇਖਦੀ ਕਿ ਮੇਰੀ ਮਾਂ ਜੋਬ ਤੋਂ ਆ ਕੇ ਆਪਣਾ ਇੰਨੇ ਕੰਮ ਵੀ ਕਰਦੀ ਹੈ, ਸਾਡੇ ਨਾਲ ਟਾਈਮ ਵੀ ਸਪੈਂਡ ਕਰਦੀ ਹੈ ਅਤੇ ਕਦੇ ਵੀ ਮੱਥੇ ਤਿਉੜੀ ਨਹੀਂ ਪਾਉਂਦੀ। ਅਤੇ ਮੈਨੂੰ ਲੱਗਦਾ ਮੇਰੀ ਮਾਂ ਨਹੀਂ, ਮੇਰੀ ਮਾਂ ਸੁਪਰ ਮੋਮ ਹੈ। ਮੰਮੀ ਆਪਣੇ ਵਿਦਿਆਰਥੀਆਂ ਦੇ ਲਈ ਹੀ ਨਹੀਂ, ਸਗੋਂ ਮੇਰੇ ਲਈ ਵੀ ਇੱਕ ਟੀਚਰ ਦੀ ਤਰ੍ਹਾਂ ਹੀ ਸਨ। ਉਹਨਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਜ਼ਿੰਦਗੀ ਵਿੱਚ, ਜਿਵੇਂ ਕਿ ਇੱਕ ਮੈਂ ਉਦਾਹਰਣ ਦਿੰਦੀ ਹਾਂ ਕਿ ਮੈਂ ਸੈਂਸਿਟਿਵ ਵਰਡ ਦੇ ਸਹੀ ਮਾਣੇ ਆਪਣੀ ਮਾਂ ਤੋਂ ਸਿੱਖੇ ਹਨ। ਕਿਉਂਕਿ ਜਦੋਂ ਮੈਂ ਛੋਟੀ ਸੀ, ਮੈਂ ਕੋਈ ਵੀ ਚੀਜ਼ ਕਰਨੀ ਅਤੇ ਜਿੱਥੇ ਮੈਨੂੰ ਇਮੋਸ਼ਨਲੀ ਹਰਟ ਹੋ ਗਈ ਜਾਂ ਕੋਈ ਚੀਜ਼ ਮੈਂ ਕਰ ਲੈਣੀ ਆਪਣੇ ਲਈ, ਅਤੇ ਮੈਂ ਕਹਿ ਦੇਣਾ ਕਿ ਮੈਂ ਬਹੁਤ ਸੈਂਸਿਟਿਵ ਹਾਂ। ਅਤੇ ਮੈਨੂੰ ਮੰਮੀ ਨੇ ਕਿਹਾ ਕਿ ਆਪਣੇ ਲਈ ਤਾਂ ਹਰ ਕੋਈ ਸੈਂਸਿਟਿਵ ਹੁੰਦਾ ਹੈ, ਆਪਣੇ ਲਈ ਸੈਂਸਿਟਿਵ ਹੋਣਾ ਸੈਂਸਿਟਿਵ ਨਹੀਂ, ਸੈਲਫਿਸ਼ ਕਹਿਲਾਉਂਦਾ। ਅਸਲੀ ਬੰਦਾ ਉਹੀ ਸੈਂਸਿਟਿਵ ਹੁੰਦਾ ਹੈ ਜੋ ਦੂਸਰਿਆਂ ਦੇ ਲਈ ਸੈਂਸਿਟਿਵ ਹੁੰਦਾ ਹੈ। ਅਤੇ ਆਪਣੇ ਲਈ ਤਾਂ ਜਾਨਵਰ ਵੀ ਸੈਂਸਿਟਿਵ ਹੁੰਦੇ ਆ, ਦੂਸਰਿਆਂ ਲਈ, ਸਮਾਜ ਲਈ ਸੈਂਸਿਟਿਵ ਹੋਣਾ ਹੀ ਅਸਲ ਮਾਇਨੇ ਵਿੱਚ ਸੈਂਸਿਟਿਵ ਕਹਿਲਾਉਂਦਾ ਹੈ। ਅਤੇ ਇਹ ਗੱਲ ਮੇਰੇ ਦਿਲ 'ਚ ਬਹੁਤ ਘਰ ਕਰ ਗਈ ਅਤੇ ਹੁਣ ਮੈਂ ਜਦ ਵੀ ਸੋਚਦੀ ਹਾਂ ਕੋਈ ਵੀ ਚੀਜ਼, ਸੈਲਫਲੈਸ ਹੋ ਕੇ ਦੂਸਰਿਆਂ ਪ੍ਰਤੀ ਸੈਂਸਿਟਿਵ ਹੋ ਕੇ ਸੋਚਦੀ ਹਾਂ। ਅਤੇ ਕਹਿੰਦੇ ਨੇ ਕਿ ਵਿਦਿਆਰਥੀ ਬੱਚੇ ਵਰਗੇ ਹੁੰਦੇ ਹਨ ਤੁਹਾਡੇ, ਪਰ ਇਹ ਗੱਲ ਕਹਿਣੀ ਬਹੁਤ ਸੌਖੀ ਹੈ ਅਤੇ ਇਹਨੂੰ ਨਿਭਾਉਣਾ ਬਹੁਤ ਔਖਾ ਹੈ। ਪਰ ਮੈਂ ਦੇਖਿਆ ਇਹ ਗੱਲ, ਮੇਰੇ ਮੰਮੀ ਲਈ ਉਹਨਾਂ ਦੇ ਸਟੂਡੈਂਟਸ ਉਹਨਾਂ ਦੇ ਬੱਚਿਆਂ ਵਰਗੇ ਸਾਡੇ ਵਰਗੇ ਹੀ ਹਨ। ਕਿਉਂਕਿ ਜਿਵੇਂ ਕਿ ਮੇਰੀ ਭੈਣ ਦਾ ਜਿਵੇਂ ਵਿਆਹ ਸੀਗਾ, ਉਸ ਟਾਈਮ ਮੰਮੀ ਨੇ ਜਿਵੇਂ ਜਾ ਕੇ ਸ਼ੋਪਿੰਗ ਕੀਤੀ, ਕਿਵੇਂ ਉਹਦੇ ਲਈ ਆਏ ਹਰ ਚੀਜ਼ ਦੇ ਵਿੱਚ ਮੰਮੀ ਨੇ ਆਏ ਐਫਰਟ ਪਾਉਣਾ, ਅਤੇ ਮਤਲਬ ਆਪਣੇ ਬੱਚੇ ਲਈ ਹਰ ਕੋਈ ਪਾਉਂਦਾ ਅਤੇ ਆਏ ਵੈਡਿੰਗ ਸ਼ੋਪਿੰਗ ਦੇ ਵਿੱਚ ਆਏ ਪੂਰਾ ਉਹ ਕੀਤਾ। ਪਰ ਜਦੋਂ ਮੰਮੀ ਦੇ ਸਟੂਡੈਂਟਸ ਦਾ ਵਿਆਹ ਹੁੰਦਾ ਹੈ, ਮੰਮੀ ਉਸੇ ਹੀ ਤਰੱਦਤ ਨਾਲ ਉਹਨਾਂ ਨਾਲ ਜਾ ਕੇ ਇੱਕ ਮਾਂ ਦੀ ਤਰ੍ਹਾਂ ਜਿਵੇਂ ਡਿਊਟੀ ਨਿਭਾਉਂਦੀ ਹੈ ਕੋਈ ਮਾਂ ਆਪਣੇ ਬੱਚੇ ਲਈ ਪੂਰੇ ਧਿਆਨ ਨਾਲ ਹਰ ਇੱਕ ਚੀਜ਼ ਦੇਖ ਪਰਖ ਕੇ ਸਿਲੈਕਟ ਕਰਦੀ ਹੈ, ਉਸੇ ਤਰ੍ਹਾਂ ਮੇਰੇ ਮੰਮੀ ਵੀ ਆਪਣੇ ਵਿਦਿਆਰਥੀਆਂ ਨਾਲ ਉਹਨਾਂ ਦੀ ਸ਼ੋਪਿੰਗ, ਵੈਡਿੰਗ ਸ਼ੋਪਿੰਗ ਜਾਂ ਕੋਈ ਵੀ ਡਿਸੀਜਨ ਹੁੰਦੇ ਆ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੀ ਉਸੇ ਤਰ੍ਹਾਂ ਜੋ ਇੱਕ ਮਾਂ ਆਪਣੇ ਬੱਚੇ ਦੀ ਗੱਲ ਸੁਣ ਕੇ ਇੱਕ ਸਹੀ ਫੈਸਲੇ ਤੱਕ ਉਹਨੂੰ ਪਹੁੰਚਾਉਂਦੀ ਹੈ, ਉਸੇ ਤਰ੍ਹਾਂ ਮੰਮੀ ਨੇ ਆਪਣੇ ਵਿਦਿਆਰਥੀਆਂ ਨੂੰ ਵੀ ਉਸੇ ਤਰ੍ਹਾਂ ਸਹੀ ਰਾਹ 'ਤੇ ਤੋਰਦੇ ਹਨ। ਆਮ ਇਹ ਗੱਲ ਆਖੀ ਜਾਂਦੀ ਹੈ ਕਿ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਸੀ ਇਹ ਗੱਲ ਸਾਰੇ ਕਿਤੇ ਹੀ ਹੁੰਦੀ ਹੈ, ਕਿਉਂਕਿ ਜਿੱਦਾਂ ਦਾ ਸਾਡੇ ਘਰ ਦਾ ਕਲਚਰ ਹੈ ਅਤੇ ਜਿੱਦਾਂ ਦਾ ਐਟਮੋਸਫੇਅਰ ਸਾਨੂੰ ਮਿਲਿਆ ਸੀਗਾ, ਅਤੇ ਸਾਡੇ ਭੈਣਾਂ ਦੇ ਵਿੱਚ ਜਿਵੇਂ ਦਾ ਸੀਗਾ, ਅਤੇ ਸਾਨੂੰ ਐਵੇਂ ਲੱਗਦਾ ਸੀਗਾ ਕਿ ਸੱਚੀ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਹੁੰਦਾ। ਪਰ ਜਦੋਂ ਜਿਵੇਂ ਅਸੀਂ ਵੱਡੇ ਹੋਏ, ਇਸ ਸਮਾਜ 'ਚ ਅਸੀਂ ਵਿਚਰਨ ਲੱਗੇ, ਅਤੇ ਮੈਂ ਆਪਣੇ ਫਰੈਂਡਸ ਦੇ ਘਰਾਂ ਵਿੱਚ ਹੀ ਦੇਖਿਆ ਕਿ ਉਹਨਾਂ ਦੇ ਘਰਾਂ ਵਿੱਚ ਕਿਵੇਂ ਮੁੰਡੇ ਕੁੜੀ ਵਾਲਾ ਫਰਕ ਕੀਤਾ ਜਾਂਦਾ ਹੈ,
ਤੇ ਉਹਨਾਂ ਨੂੰ ਜ਼ਿੰਦਗੀ ਉਸ ਤਰ੍ਹਾਂ ਮੰਨਣੀ ਨਹੀਂ ਮਿਲਦੀ ਜਿਸ ਤਰ੍ਹਾਂ ਇੱਕ ਨਾਰਮਲ ਇਨਸਾਨ ਨੂੰ ਮਿਲੀਆਂ ਜਾਂਦੀਆਂ। ਉਹਨਾਂ ਦੇ ਘਰਾਂ ਵਿੱਚ ਕੁੜੀਆਂ ਲਈ ਹੋਰ ਤਰ੍ਹਾਂ ਦੇ ਰਿਸਟ੍ਰਿਕਸ਼ਨਸ ਹੁੰਦੀਆਂ ਤੇ ਮੁੰਡੇ ਬਿਲਕੁਲ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਮੰਨਦੇ ਆ, ਪਰ ਜੋ ਕਿ ਸਾਡੇ ਘਰ ਦਾ ਮਾਹੌਲ ਬਿਲਕੁਲ ਵੀ ਨਹੀਂ ਸੀ। ਤੇ ਇਹ ਗੱਲ ਮੈਨੂੰ ਬੜੀ ਹੀ ਓਪਰੀ ਲੱਗਦੀ ਸੀ ਜਦੋਂ ਸਟਾਰਟਿੰਗ 'ਚ ਮੈਨੂੰ ਇਹ ਗੱਲ ਪਤਾ ਲੱਗੀ ਕਿ ਸੱਚੀ ਇੱਦਾਂ ਦਾ ਹੁੰਦਾ ਹੈ ਸਾਡੇ ਸਮਾਜ 'ਚ ਹਜੇ ਵੀ। ਤੇ ਮੈਂ ਘਰ ਆ ਕੇ ਮੰਮੀ ਨਾਲ ਇਹ ਗੱਲ ਡਿਸਕਸ ਕੀਤੀ ਕਿ ਮੰਮੀ ਇੱਦਾਂ ਸੱਚੀ 'ਚ ਹਜੇ ਵੀ ਹੁੰਦਾ ਹੈਗਾ ਵੀ ਮੇਰੀ ਫਰੈਂਡ ਦੇ ਘਰੇ ਐਵੇਂ ਹੁੰਦਾ ਹੈ ਕਿ ਤੇ ਐਵੇਂ ਆਪਣੇ ਘਰੇ ਤਾਂ ਕਦੇ ਨਹੀਂ ਹੁੰਦਾ। ਤੇ ਮੈਨੂੰ ਮੰਮੀ ਨੇ ਫਿਰ ਸਮਝਾਇਆ ਕਿ ਆਪਣਾ ਸਮਾਜ ਹਜੇ ਵੀ ਇਸ ਤਰ੍ਹਾਂ ਦਾ ਹੈ ਤੇ ਇਹ ਆਪਣੇ 'ਤੇ ਹੈ ਕਿ ਆਪਾਂ ਕਿਸ ਤਰ੍ਹਾਂ ਉਸ ਨਾਲ ਲੜਨਾ ਹੈ। ਤੇ ਹੁਣ ਮੈਂ ਅੰਤ 'ਚ ਆਹੀ ਕਹਿਣਾ ਚਾਹੂੰਗੀ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀ ਮਾਂ ਆਪਣੀ 37 ਸਾਲ ਦੀ ਨੌਕਰੀ ਉਪਰੰਤ ਵੀ ਓਨੀ ਹੀ ਉਤਸ਼ਾਹੀ ਹੈ ਜਿੰਨੀ ਕਿ 37 ਸਾਲ ਪਹਿਲਾਂ ਸੀ। ਤੇ ਮੈਂ ਆਸ ਕਰਦੀ ਹਾਂ ਕਿ ਮੰਮੀ ਆਪਣੀ ਸੈਕਿੰਡ ਇਨਿੰਗਸ ਵੀ ਇਸੇ ਉਤਸ਼ਾਹ ਨਾਲ